90.1 and 89.1 ਰੈਡ FM ਤੇ ਮੈਂ ਹਾਂ ਤੁਹਾਡੀ ਹੋਸਟ ਹਰਮਨ ਸੇਖੋਂ ਐਂਡ ਇਟਸ ਐਂਟਰਟੇਨਮੈਂਟ ਟਾਈਮ। ਤੇ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹ ਸਟੂਡੀਓ ਪਹੁੰਚ ਚੁੱਕੇ ਨੇ। ਬਹੁਤ ਸਾਰੇ ਕਲਾਕਾਰ ਹੁੰਦੇ ਨੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਜਾਦੂ ਹੁੰਦਾ, ਬਹੁਤ ਸੋਹਣਾ ਗਾ ਲੈਂਦੇ ਨੇ। ਤੇ ਕਈਆਂ ਦੇ ਹੱਥਾਂ ਦੇ ਵਿੱਚ ਜਾਦੂ ਹੁੰਦਾ, ਬਹੁਤ ਸੋਹਣੀ ਪੇਂਟਿੰਗ ਕਰ ਲੈਂਦੇ ਨੇ, ਸਕਲਪਚਰਸ ਬਣਾ ਲੈਂਦੇ ਨੇ, ਲਿਖ ਲੈਂਦੇ ਨੇ, ਕੁਕਿੰਗ ਵੀ ਕਰ ਲੈਂਦੇ ਨੇ। ਬਟ ਜਿਹੜੇ ਅੱਜ ਦੇ ਸਾਡੇ ਮਹਿਮਾਨ ਨੇ ਨਾ, ਉਹ ਐਕਚੁਅਲ ਦੇ ਵਿੱਚ ਜਾਦੂ ਕਰਦੇ ਨੇ। ਇਹ ਸਿਰਫ ਮੈਜੀਸ਼ੀਅਨ ਹੀ ਨਹੀਂ ਸਗੋਂ ਮਾਈਂਡ ਰੀਡਿੰਗ ਵੀ ਕਰਦੇ ਨੇ। ਕਿਵੇਂ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਵੈਸੇ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਚੱਲ ਰਿਹਾ ਇਹ ਸਾਡਾ ਰੈਡ FM ਵੈਂਕੂਵਰ ਫੇਸਬੁੱਕ ਪੇਜ 'ਤੇ ਲਾਈਵ ਬ੍ਰੌਡਕਾਸਟ ਹੋ ਰਿਹਾ। ਅਤੇ ਜਿਹੜਾ ਜਾਦੂ ਆ ਨਾ, ਸੁਣ ਕੇ ਉਹਨਾਂ ਸਵਾਦ ਨਹੀਂ ਆਉਂਦਾ ਜਿੰਨਾ ਦੇਖ ਕੇ ਆਉਂਦਾ। ਸੋ ਅੱਜ ਦੇ ਸ਼ੋਅ ਦੇ ਵਿੱਚ ਮੈਜਿਕ ਵੀ ਹੋਊਗਾ। ਸੋ ਮੇਕ ਸ਼ੋਰ ਤੁਸੀਂ ਰੈਡ FM ਵੈਂਕੂਵਰ ਫੇਸਬੁੱਕ ਪੇਜ ਨੂੰ ਖੋਲ੍ਹੋ ਅਤੇ ਇਹ ਲਾਈਵ ਜਿਹੜੀ ਇੰਟਰਵਿਊ ਚੱਲ ਰਹੀ ਆ, ਲਾਈਵ ਜਿਹੜਾ ਸ਼ੋਅ ਪਰਫੋਰਮ ਹੋਣ ਵਾਲਾ, ਇਹਨੂੰ ਤੁਸੀਂ ਜ਼ਰੂਰ ਦੇਖਿਓ। ਸੋ ਜਿਹੜੇ ਇਹ ਅੱਜ ਦੇ ਸਾਡੇ ਮਹਿਮਾਨ ਨੇ, ਅਨਮੋਲਦੀਪ ਸਿੰਘ ਸਰੀ ਦੇ ਹੀ ਰਹਿਣ ਵਾਲੇ ਨੇ। ਇਹ ਸਟੂਡੀਓ 'ਚ ਪਹੁੰਚ ਚੁੱਕੇ ਨੇ। ਕਹਿੰਦੇ ਨੇ ਇਹਨਾਂ ਨੇ ਤੁਸੀਂ ਇਹ ਜਿੱਤ ਚੁੱਕੇ ਨੇ ਕਿਹੜਾ ਕੋਂਟੈਸਟ, ਜੰਮੂਜ਼ ਗੌਟ ਟੈਲੈਂਟ, ਉੱਥੇ ਇਹ ਸੀਜ਼ਨ 8 ਦੇ ਵਿਨਰ ਰਹਿ ਚੁੱਕੇ ਨੇ। ਐਂਡ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ। Anmoldeep Singh ji, welcome to our studio. Thank you Harman ji. How are you today? I'm good ji, how are you? And happy new year. Happy new year by the way, happy new year. Sorry ਤੁਹਾਨੂੰ ਪਹਿਲਾਂ ਕਹਿਣਾ ਭੁੱਲ ਗਈ ਸੀ, happy new year. It's okay. ਸੋ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ। ਅਤੇ ਜੇ ਤੁਸੀਂ ਹਾਲੇ ਤੱਕ ਸੁਣ ਹੀ ਰਹੇ ਹੋ ਤਾਂ ਜੇ ਤੁਸੀਂ ਹੋ ਸਕਦਾ ਡਰਾਈਵ ਕਰਦੇ ਹੋਏ ਤਾਂ ਅਫਕੋਰਸ ਨਾ ਜਾਇਓ, ਬਾਅਦ ਵਿੱਚ ਵੀ ਦੇਖ ਸਕਦੇ ਹੋ। ਰੈਡ FM ਵੈਂਕੂਵਰ ਫੇਸਬੁੱਕ ਪੇਜ 'ਤੇ ਤੁਸੀਂ ਇਹ ਜ਼ਰੂਰ ਲਾਈਵ ਦੇਖਿਓ। ਸੋ ਅਨਮੋਲ, ਤੁਹਾਡੇ ਨਾਲ ਪਹਿਲਾ ਕੁਐਸਚਨ ਮੈਂ ਇਹੀ ਪੁੱਛੂੰਗੀ ਕਿ ਤੁਸੀਂ ਆਪਣੇ ਬੈਕਗਰਾਊਂਡ ਬਾਰੇ ਦੱਸੋ ਕਿ ਇਹ ਤੁਸੀਂ ਛੂ ਮੰਤਰ ਕਲੀ ਕਲੰਤਰ ਇਹ ਮੈਜਿਕ ਤੁਸੀਂ ਕਿੱਥੋਂ ਸਿੱਖਿਆ? ਸੋ ਮੈਮ ਇਨ ਦ ਰੀਅਲੀ ਬਿਗਨਿੰਗ ਮੈਂ ਮੈਜਿਕ ਸਟਾਰਟ ਕੀਤਾ ਜਦੋਂ ਮੈਂ 13 ਸਾਲ ਦਾ ਸੀ। 13 ਸਾਲ ਦਾ ਸੀ ਤਾਂ ਮੇਰੇ ਇੱਕ ਚੋਟ ਲੱਗੀ ਸੀ ਮੇਰੀ ਸਪਾਈਨ ਦੇ ਵਿੱਚ। ਹਾਂ, ਮੈਂ ਛੋਟੇ ਹੁੰਦੇ ਤੋਂ ਹੀ ਜਦੋਂ ਮੈਂ 4-5 ਸਾਲ ਦਾ ਸੀਗਾ ਉਦੋਂ ਹੀ ਮੈਂ ਸਟਾਰਟ ਕਰਤਾ ਸੀ ਮੈਜਿਕ। ਬਟ ਉਦੋਂ ਮੈਂ ਬਹੁਤ ਹੀ ਬੇਸਿਕ ਟ੍ਰਿਕਸ ਕਰਦਾ ਸੀ, ਜਿੱਦਾਂ ਕਿ ਕਿਤੇ ਕੋਇਨ ਨੂੰ ਗਾਇਬ ਕਰ ਦੇਣਾ ਸਿੰਪਲ, ਜਾਂ ਕੋਈ ਰਬਰ ਬੈਂਡਸ ਨਾਲ ਟ੍ਰਿਕ ਕਰਨਾ, ਪੈਨ ਗਾਇਬ ਕਰ ਦੇਣਾ ਕਾਈਂਡ ਆਫ। ਫਿਰ ਮੈਨੂੰ ਟਾਈਮ ਨਹੀਂ ਮਿਲਦਾ ਸੀ ਬਿਕੋਜ਼ ਸਟੱਡੀਜ਼ ਐਂਡ ਐਵਰੀਥਿੰਗ, ਹੈ ਨਾ। ਲੋਕਾਂ ਨੂੰ, ਬੱਚਿਆਂ ਨੂੰ ਵੈਸੇ ਹੀ ਨੋਰਮਲੀ ਇੰਨਾ ਟਾਈਮ ਨਹੀਂ ਮਿਲਦਾ ਅੱਜ ਕੱਲ੍ਹ ਦੇ ਵਿੱਚ। ਤਾਂ ਜਦੋਂ ਮੈਂ 13 ਸਾਲ ਦਾ ਹੋਇਆ, ਮੇਰੇ ਇੱਕ ਸੱਟ ਲੱਗੀ ਸੀਗੀ ਮੇਰੇ ਸਪਾਈਨ ਦੇ ਵਿੱਚ, ਡਿਊ ਟੂ ਵਿਚ ਡਾਕਟਰ ਨੇ ਮੈਨੂੰ ਕਿਹਾ ਵੀ ਤੁਸੀਂ ਐਕਚੁਅਲੀ ਰੈਸਟ ਕਰਨਾ ਬੈੱਡ ਦੇ ਉੱਤੇ 2 ਤੋਂ 3 ਮੰਥ ਤੱਕ। ਮੈਂ 2 ਤੋਂ 3 ਮੰਥ ਤੱਕ ਜੇ ਬੈੱਡ ਤੇ ਰੈਸਟ ਕਰਨਾ ਸੀਗਾ, ਤੇ ਪੜ੍ਹਾਈ ਵਿੱਚ ਬਿਲੀਵ ਮੀ ਮੈਂ ਬਿਲਕੁਲ ਵਧੀਆ ਨਹੀਂ ਸੀ। ਤਾਂ ਜੇ ਮੇਰੇ ਕੋਲ ਪੜ੍ਹਾਈ ਦਾ ਆਪਸ਼ਨ ਨਹੀਂ ਸੀਗਾ, ਮੈਂ ਸੋਚਿਆ ਹੁਣ ਕੀ ਕਰੀਏ। ਤਾਂ ਮੈਂ ਇਹ ਆਪਦੇ ਇੱਕ ਹੌਬੀ ਨੂੰ ਥੋੜ੍ਹਾ ਸਿੱਖਣਾ ਸਟਾਰਟ ਕੀਤਾ। ਮੈਂ ਸਟਾਰਟ ਕੀਤਾ YouTube ਤੋਂ। ਉਦੋਂ ਫਿਰ ਮੈਂ ਅੱਗੇ 1-2 ਹੋਰ ਚੀਜ਼ਾਂ ਤੋਂ ਸਟਾਰਟ ਕੀਤਾ, ਕੁਛ ਮੈਗਜ਼ੀਨਸ ਦੇਖੀਆਂ ਐਂਡ ਫਾਈਨਲੀ ਮੈਨੂੰ ਬੁੱਕਸ ਦੇ ਬਾਰੇ ਪਤਾ ਲੱਗਿਆ, ਕੁਛ ਲੋਕਾਂ ਦੇ ਬਾਰੇ ਪਤਾ ਲੱਗਿਆ ਜਿਹੜੇ ਕਿ ਐਕਚੁਅਲੀ ਤੁਹਾਨੂੰ ਆਪਦੀ ਇੱਕ ਸਪੈਸੀਫਿਕ ਸਕਿੱਲ, ਜਿਵੇਂ ਕਿ ਪਿਕ ਪੋਕਟਿੰਗ ਹੁੰਦੀ ਹੈ ਜਾਂ ਫਿਰ ਕੁਛ ਮੈਂਟਲਿਜ਼ਮ ਹੁੰਦਾ, ਮਾਈਂਡ ਰੀਡਿੰਗ ਹੁੰਦੀ ਹੈ, ਜਾਂ ਫਿਰ ਉਹ ਮੈਂਟਲਿਜ਼ਮ ਦੇ ਵਿੱਚ ਇਨਫਲੂਐਂਸਿੰਗ ਵੀ ਆ ਜਾਂਦੀ ਹੈ, ਉਹਦੇ ਵਿੱਚ ਮਾਹਿਰ ਕਰ ਸਕਦੇ ਆ, ਤੁਹਾਨੂੰ ਸਿਖਾ ਸਕਦੇ ਆ। ਤਾਂ ਜਿਹੜੇ ਉਹ 2 ਤੋਂ 3 ਮਹੀਨੇ ਮੈਂ ਬੈੱਡ ਤੇ ਸੀ, ਜੇ ਵਾਹਿਗੁਰੂ ਨੇ ਮੇਰੇ ਤੋਂ ਇੱਕ ਚੀਜ਼ ਖੋਈ, ਹੈ ਨਾ, ਵੀ ਮੈਂ ਤੁਰ ਨਹੀਂ ਸਕਦਾ ਸੀ ਉਸ ਟਾਈਮ ਤੇ, ਮੈਂ ਪ੍ਰੋਪਰਲੀ ਕੁਛ ਕਰ ਨਹੀਂ ਸਕਦਾ ਸੀ, ਤਾਂ ਉਹਨਾਂ ਨੇ ਇੱਕ ਨਵਾਂ ਸਕਿੱਲ ਦਿੱਤਾ ਮੈਨੂੰ। ਤੇ ਉਦੋਂ ਮੈਂ ਸਟਾਰਟ ਇੱਦਾਂ ਦਾ ਕੀਤਾ, ਉਦੋਂ ਬਾਅਦ ਰੁਕਿਆ ਹੀ ਨਹੀਂ ਕਦੇ। ਤੇ ਤੁਹਾਡੀ ਫੈਮਿਲੀ ਪੂਰੀ ਸਪੋਰਟ ਕਰਦੀ ਸੀ? ਨਹੀਂ, ਆਈ ਮੀਨ ਕੌਣ ਆਪਦੇ ਬੱਚੇ ਨੂੰ ਸਪੋਰਟ ਕਰੂਗਾ ਜਦੋਂ ਉਹ 13 ਸਾਲ ਦਾ ਤੇ ਉਹ ਕਹੂਗਾ ਵੀ ਮੈਂ ਮੈਜਿਕ ਕਰਨਾ ਲਿਵਿੰਗ ਵਾਸਤੇ, ਰਾਈਟ? ਉਹਨਾਂ ਨੂੰ ਇੱਕੋ ਚੀਜ਼ ਲੱਗੂਗਾ ਵੀ ਯਾਰ ਤੂੰ ਕਿਉਂ, ਹੈ ਨਾ, ਹੈਰੀ ਪੋਟਰ ਬਣਨ ਦੀ ਕੋਸ਼ਿਸ਼ ਕਰ ਰਿਹਾ, ਤੂੰ ਪੜ੍ਹਾਈ ਤੇ ਫੋਕਸ ਕਰ, ਤੂੰ ਉਹ ਕਰ। ਇਹ ਬਿਕੋਜ਼ ਉਹਨਾਂ ਨੂੰ ਪਤਾ ਵੀ ਇਹਦੇ ਵਿੱਚ ਫਿਊਚਰ ਨਹੀਂ ਹੈਗਾ। ਬਟ ਉਹਨਾਂ ਨੂੰ, ਮੈਨੂੰ ਟਾਈਮ ਲੱਗਿਆ ਇਹ ਸਮਝਾਉਣ ਦੇ ਵਿੱਚ ਵੀ ਇਹ ਉਹ ਮੈਜਿਕ ਨਹੀਂ ਹੈਗਾ ਜਿਹੜਾ ਤੁਸੀਂ ਪਹਿਲਾਂ ਦੇਖ ਰਹੇ ਹੋ। ਮੈਂ ਕਬੂਤਰ ਨਹੀਂ ਕੱਢਣ ਵਾਲਾ ਜੈਕਟਸ ਦੇ ਵਿੱਚੋਂ, ਦਿਸ ਇਜ਼ ਮਾਡਰਨ ਮੈਜਿਕ। ਇਹ ਥੋੜ੍ਹੀ ਡਿਫਰੈਂਟ ਹੈ, ਰਾਈਟ? ਇਹਦੇ ਵਿੱਚ ਮੈਂਟਲਿਜ਼ਮ ਵੀ ਆਉਂਦਾ ਹੈ, ਸਲਾਈਟ ਆਫ ਹੈਂਡ, ਪਿਕ ਪੋਕਟਿੰਗ, ਬਹੁਤ ਚੀਜ਼ਾਂ ਆਉਂਦੀਆਂ। ਤੇ ਮੇਰੇ ਫਾਦਰ ਨੂੰ ਸਭ ਤੋਂ ਪਹਿਲਾਂ ਭਰੋਸਾ ਆਇਆ। ਪਹਿਲੇ ਜਦੋਂ ਮੈਂ ਐਕਚੁਅਲੀ 2 ਸਾਲ 3 ਸਾਲ ਜਦੋਂ ਮੈਂ ਕਰ ਰਿਹਾ ਸੀ, ਮੇਰੀ ਕਿਸੇ ਨੂੰ ਪਤਾ ਹੀ ਨਹੀਂ ਸੀ ਘਰੇ। ਮੈਂ ਆਪਦੇ ਰੂਮ ਦੇ ਵਿੱਚ ਆਪਦੇ ਆਪ ਨੂੰ ਲੌਕ ਕਰ ਲੈਂਦਾ ਸੀਗਾ ਤੇ ਮੈਂ ਪ੍ਰੈਕਟਿਸ ਕਰਦਾ ਰਹਿੰਦਾ ਸੀ। ਮੈਂ ਡੇਲੀ ਕੋਈ ਨਵੀਂ ਤਾਸ਼ ਖਰੀਦ ਲੈਣੀ ਆ, ਉੱਦਾਂ ਦਾ ਕੁਛ ਕਰ ਲੈਣਾ। ਫਿਰ ਇੱਕ ਦਿਨ ਮੇਰੇ ਮੌਮ ਸੀਗੇ ਤੇ ਮੈਂ ਕਿਤੇ ਗਿਆ ਵੈਸੇ ਸਕੂਲ ਜਾਂ ਟਿਊਸ਼ਨ, ਤੇ ਉਹਨਾਂ ਨੇ ਦੇਖਿਆ ਵੀ ਮੇਰੇ ਜਦੋਂ ਸਾਫ਼ ਕਰ ਰਿਹਾ ਵੀ ਮੇਰੇ ਨਾ ਰੂਮ ਦੇ ਵਿੱਚ ਬਹੁਤ ਸਾਰੇ ਕਾਰਡਸ ਪਏ ਨੇ। ਤਾਸ਼ ਦੀਆਂ ਡੱਬੀਆਂ ਘੱਟੋ ਘੱਟ 15-20 ਐਟਲੀਸਟ ਪਈਆਂ। ਉਹਨਾਂ ਨੂੰ ਟੈਨਸ਼ਨ ਹੋ ਗਈ ਹੋਣੀ। ਉਹਨਾਂ ਨੂੰ ਟੈਨਸ਼ਨ ਹੋ ਗਈ ਮੇਰਾ ਮੁੰਡਾ ਕਿੱਥੇ ਜੁਆਰੀ ਬਣਦਾ ਜਾ ਰਿਹਾ, ਠੀਕ ਹੈ। ਉਹਨਾਂ ਨੇ ਸਾਰੇ ਡੈਕ ਆਫ ਕਾਰਡਸ ਇਕੱਠੇ ਕੀਤੇ ਐਂਡ ਜਦੋਂ ਮੈਂ ਘਰੇ ਆਇਆ, ਉਹਨਾਂ ਨੇ ਏਦਾਂ ਪੂਰੀ ਪਾਇਲ ਬਣਾ ਕੇ ਰੱਖੀ ਵੀ। ਐਂਡ ਉਹ ਬੈਠੇ ਕਹਿੰਦੇ ਵੀ ਬੇਟੇ ਆਹ ਕੀ, ਹੈ ਨਾ, ਵੀ ਕਿਉਂਕਿ ਮੇਰੇ ਫਾਦਰ ਹੁਣ ਗਵਰਨਮੈਂਟ ਐਮਪਲੋਈ ਨੇ, ਉਹਨਾਂ ਦਾ ਚਲੋ ਇੱਕ ਸਟੇਟਸ ਹੁੰਦਾ ਕਾਈਂਡ ਆਫ। ਤੇ ਆਪਣੇ ਲੋਕਾਂ ਦੀ ਇੱਕ ਮੈਂਟੈਲਿਟੀ ਹੈ, ਉਹੀ ਮੈਂਟੈਲਿਟੀ ਮੈਂ ਚੇਂਜ ਕਰਨਾ ਚਾਹੁੰਦਾ ਵੀ ਕਿਸੇ ਦੇ ਹੱਥ ਦੇ ਵਿੱਚ
ਇੱਕ ਸਿੰਪਲ ਚੀਜ਼ ਹੈ, ਮੈਂ ਕਿਸੇ ਦੇ ਹੱਥ 'ਚ ਰੂਬਿਕਸ ਕਿਊਬ ਫੜਾ ਦਿੰਦਾ ਤੇ ਉਹਨਾਂ ਨੂੰ ਮੈਂ ਇੱਥੇ ਬਿਠਾ ਦਿੰਦਾ ਤੇ ਉਹਦੇ ਇੱਕ ਸਪੈਕਸ ਲਾ ਦਿੰਦਾ, ਯੂ ਵਿਲ ਜਸਟ ਲੁੱਕ ਐਟ ਹਿਮ ਤੇ ਤੁਸੀਂ ਕਹੋਗੇ ਵੀ ਹਾਂ ਇਹ ਤਾਂ ਬੰਦਾ ਬਹੁਤ ਸਮਾਰਟ ਲੱਗਦਾ। ਤੇ ਇਧਰਲੇ ਪਾਸੇ ਇੱਕ ਮੁੰਡਾ ਹੈਗਾ, ਮੈਂ ਉਹਦੇ ਹੱਥ 'ਚ ਤਾਸ਼ ਫੜਾ ਦੇਣਾ ਤੇ ਉਹ ਸਿੰਪਲ ਮਿਕਸ ਕਰ ਰਿਹਾ, ਤਾਂ ਤੁਸੀਂ ਕਹੋਗੇ ਜਵਾਰੀ ਬਣਨਾ ਹੈ। ਸੋ ਇਹ ਮੈਂਟੈਲਿਟੀ ਹੈ ਲੋਕਾਂ ਦੀ, ਤੇ ਮੈਂ ਇਹੀ ਚੀਜ਼ ਨੂੰ ਚੇਂਜ ਕਰਨਾ ਚਾਹੁੰਦਾ ਵੀ ਕਾਰਡਸ ਇਟਸ ਲਾਈਕ ਅ ਵੈਪਨ। ਤੁਸੀਂ ਇਹਨੂੰ ਡਿਫੈਂਸ ਲਈ ਵੀ ਯੂਜ਼ ਕਰ ਸਕਦੇ ਹੋ। ਮੇਰੇ ਵਾਸਤੇ ਇਹ ਮੇਰੀ ਰੋਜ਼ੀ ਰੋਟੀ ਹੈ, ਮੇਰੇ ਲਈ ਇਹ ਮੇਰੀ ਲਾਈਫ ਹੈ, ਸਾਰਾ ਕੁਝ ਹੈ। ਪਰ ਹਾਂ, ਇਹਦਾ ਨੈਗੇਟਿਵ ਯੂਜ਼ ਵੀ ਹੋ ਸਕਦਾ ਜਿਹਦੇ ਵਿੱਚ ਲੋਕ ਆਪਦੀ ਲਾਈਫ ਤਬਾਹ ਕਰ ਦਿੰਦੇ। ਸੋ ਦੈਟ ਇਜ਼ ਵਾਈ ਫਿਰ ਮੈਂ ਆਪਦੀ ਮਦਰ ਨੂੰ ਕਿਹਾ, ਮੈਂ ਕਿਹਾ ਵੀ ਜਿਹੜੇ ਕਾਰਡਸ ਨੇ ਮੈਂ ਇਹਨਾਂ ਨੂੰ ਆਪਦੀ ਲਾਈਫ ਬਣਾਉਣਾ ਚਾਹੁੰਦਾ ਤੇ ਆ ਸਾਰਾ ਕੁਝ। ਮੇਰੀ ਮਮ ਨੇ ਤਾਂ ਇੱਕ ਵਾਰੀ ਬਿਲਕੁਲ ਏਦਾਂ ਕੀਤਾ ਵੀ ਤੂੰ ਕੀ ਗੱਲਾਂ ਕਰ ਰਿਹਾ, ਤੂੰ ਬੱਚਾ ਹੈ, ਸੌਂ ਜਾ, ਰੋਟੀ ਰੋਟੀ ਖਾ, ਸੌਂ ਜਾ, ਤੇਰੇ ਬਸ ਦਾ ਉਹ ਨਹੀਂ ਹੈਗਾ ਹਨਾ ਵੀ ਤੂੰ ਅਜੇ ਡਿਸਾਈਡ ਕਰਨ ਯੋਗ ਨਹੀਂ ਹੈਗਾ ਉਹ ਕੈਰੀਅਰ। ਮੇਰੇ ਫਾਦਰ ਥੋੜੇ ਜਿਹੇ ਪ੍ਰੈਕਟੀਕਲ ਥਿੰਕਰ ਨੇ, ਉਹਨਾਂ ਨੇ ਐਨਾਲਾਈਜ਼ ਕੀਤਾ, ਉਹ ਕਹਿੰਦੇ ਵੀ ਓਕੇ ਚੱਲ ਤੂੰ ਮੈਨੂੰ ਦਿਖਾ ਵੀ ਤੂੰ ਕੀ ਚੀਜ਼ ਕਰ ਰਿਹਾ। ਮੈਂ ਉਹਨਾਂ ਨੂੰ ਦਿਖਾਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਥੀਸ ਆਰ ਨਾਟ ਨਾਰਮਲ ਟ੍ਰਿਕਸ। ਮੈਂ ਉਦੋਂ 2 ਸਾਲ ਹੋ ਗਏ ਸੀ ਮੈਨੂੰ ਇਸ ਫੀਲਡ ਦੇ ਵਿੱਚ। ਉਹਨਾਂ ਨੇ ਦੇਖਿਆ ਵੀ ਇਹ ਸਲਾਈਟ ਆਫ ਹੈਂਡ ਜਿਹੜੀ ਹੱਥ ਦੀ ਸਫਾਈ ਮੈਂ ਕਰ ਰਿਹਾ ਸੀਗਾ, ਇਹ ਉਹ ਨਹੀਂ ਹੈਗੀ ਜਿਹੜੀ ਉਹਨਾਂ ਨੇ ਬਚਪਨ ਤੋਂ ਹੁਣ ਤੱਕ ਦੇਖੀ ਹੈ। ਸੋ ਉਹਨਾਂ ਨੇ ਮੈਨੂੰ ਸਪੋਰਟ ਕਰਨਾ ਸਟਾਰਟ ਕੀਤਾ। ਮੈਜਿਕ, ਜਿਵੇਂ ਕਿ ਲੋਕਾਂ ਨੂੰ ਲੱਗਦਾ ਵੀ ਤੁਸੀਂ ਕੁਝ ਕੋਇਨਸ ਖਰੀਦ ਲਓਗੇ, ਕੁਝ ਕਾਰਡਸ ਖਰੀਦ ਲਓਗੇ, ਨਹੀਂ, ਮੈਜਿਕ ਵੀ ਇੱਕ ਐਕਸਪੈਂਸਿਵ ਫੀਲਡ ਹੈ। ਮੇਰਾ ਜਿਹੜਾ ਇੱਕ ਲੈਕਚਰ ਮੈਂ ਦੇਖਦਾ ਉਹ ਆਲਮੋਸਟ $40 ਅਮਰੀਕਨ ਦਾ ਸੀਗਾ, ਤੇ ਜਿਹੜੇ ਕਿ ਮੈਂ ਆਲਮੋਸਟ 800-900 ਲੈਕਚਰਸ ਦੇਖ ਚੁੱਕੇ ਹਾਂ। ਓ ਵਾਓ। ਤੇ ਉਹ 800-900 ਲੈਕਚਰਸ, ਇੱਕ ਲੈਕਚਰ ਆਲਮੋਸਟ 3 ਘੰਟੇ ਤੋਂ ਲੈ ਕੇ 6 ਘੰਟੇ ਦੇ ਵਿੱਚ ਹੁੰਦਾ। ਤੇ ਇਹ ਇੰਡੀਆ ਦੇ ਵਿੱਚ ਮੈਂ ਅਜੇ ਤੱਕ ਦੇਖਿਆ ਸਾਰੇ ਲੈਕਚਰ। ਸੋ ਇੰਡੀਆ ਦੇ ਵਿੱਚ $40 into 8 or 900। ਵਾਓ, ਯਾ। ਮੈਜਿਕ ਵੀ ਇੱਕ ਬਹੁਤ ਜ਼ਿਆਦਾ ਐਕਸਪੈਂਸਿਵ ਫੀਲਡ ਹੈ। ਸੋ ਇਹ ਜਿਹੜੀ ਟ੍ਰਿਕਸ ਤੁਸੀਂ ਕਰਦੇ ਹੋ ਉਹ ਰੀਯੂਜ਼ ਹੋ ਜਾਂਦੀਆਂ ਨੇ ਚੀਜ਼ਾਂ? ਹਾਂ, ਜਿਹੜੇ ਤੁਸੀਂ ਚੀਜ਼ਾਂ ਖਰੀਦਦੇ ਹੋ ਉਹਦੇ ਲਈ? ਲਾਈਕ ਕਈ ਟ੍ਰਿਕਸ ਇਦਾਂ ਦੀਆਂ ਨੇ ਜਿਹੜੇ ਸਕਿੱਲ ਹੈ। ਫॉर ਐਗਜ਼ਾਮਪਲ ਜੇ ਤੁਸੀਂ, ਮੈਂ ਤੁਹਾਡੇ ਤੋਂ ਕੋਈ ਕੋਇਨ ਬੋਰੋ ਕਰਾਂ ਤੇ ਉਹਦੇ ਨਾਲ ਮੈਂ ਤੁਹਾਨੂੰ ਕੁਝ ਹੱਥ ਦੀ ਸਫਾਈ ਦਿਖਾਵਾਂ, ਦੈਟ ਇਜ਼ ਸਕਿੱਲ। ਮੈਂ ਕਾਰਡਸ ਆਪਦੇ ਲੈ ਕੇ ਆਵਾਂ, ਇਹ ਨਾਰਮਲ ਕਾਰਡਸ ਹੀ ਹੁੰਦੇ ਆ ਤੇ ਮੈਂ ਇਹਨਾਂ ਨੂੰ ਯੂਜ਼ ਕਰਦਾ। ਮੈਂ ਕਾਸਕੋ ਤੋਂ ਖਰੀਦਿਆ $2 ਦੇ, ਇਸ ਤੋਂ ਜ਼ਿਆਦਾ ਨਾਰਮਲੀ ਕਾਰਡਸ ਹੋ ਨਹੀਂ ਸਕਦੇ। ਸੋ ਇਹ ਜਿਹੜੇ ਸਾਰੇ ਕਾਰਡਸ ਨੇ, ਮੈਂ ਇਹਨਾਂ ਨੂੰ ਯੂਜ਼ ਕਰਕੇ ਜੋ ਵੀ ਕਰੂੰਗਾ ਸਕਿੱਲ ਆਬਵੀਅਸਲੀ ਰੀਯੂਜ਼ ਹੋ ਹੀ ਜਾਣਗੇ। ਬਟ ਕੁਝ ਚੀਜ਼ਾਂ ਇਦਾਂ ਦੀਆਂ ਨੇ, ਕੁਝ ਮੇਬੀ ਜਿਹੜੀ ਕਿ ਮੈਂ ਇੱਕ ਵਾਰੀ ਯੂਜ਼ ਕਰ ਦੇਣਾ, ਉਸ ਤੋਂ ਬਾਅਦ ਫਿਰ ਮੈਂ ਉਹ ਯੂਜ਼ ਨਹੀਂ ਕਰ ਸਕਦਾ। ਜਿਹੜੇ ਤੁਹਾਡੇ ਸਾਹਮਣੇ ਇਸ ਟਾਈਮ ਕਾਰਡਸ ਪਏ ਨੇ, ਇਹ ਰੈਗੂਲਰ ਕਾਰਡਸ ਨੇ ਜਾਂ ਸਪੈਸ਼ਲ ਕਾਰਡਸ ਨੇ? ਇਹ ਬਿਲਕੁਲ ਨਾਰਮਲ ਕਾਰਡਸ ਨੇ। ਇਹ ਨਾਰਮਲ ਕਾਰਡਸ ਨੇ। ਇਹ ਬਿਲਕੁਲ ਨਾਰਮਲ ਕਾਰਡਸ ਨੇ। ਇਹ ਮੈਂ ਐਕਚੁਅਲੀ ਕਾਸਕੋ ਤੋਂ $9 ਦਾ ਇੱਕ ਡੱਬਾ ਲੈ ਕੇ ਆਉਣਾ, ਤੇ ਉਹ ਆਈ ਗੈਸ $9 ਦੇ ਵਿੱਚ ਆਲਮੋਸਟ 4 ਤਾਂ ਹੋਣਗੇ, 5-6 ਐਕਚੁਅਲੀ ਕਾਰਡਸ ਹੁੰਦੇ ਆ। ਸੋ ਦੈਟ ਇਜ਼ ਵਾਈ, ਮਤਲਬ ਵੀ ਕਿਉਂਕਿ ਮੈਨੂੰ ਪਤਾ ਮੈਂ ਕਾਰਡਸ ਬਹੁਤ ਫਾੜਦਾ ਜਾਂ ਉੱਦਾਂ ਦਾ ਕੁਝ ਕਰਦਾ, ਬਟ ਇੱਕ ਫੈਕਟ ਆ ਵੀ ਜਿਹੜਾ ਵੀ ਕਾਰਡ ਮੈਂ ਅੱਜ ਤੱਕ ਕਿਤੇ ਫਾੜਿਆ, ਜਿਹੜਾ ਵੀ ਅੱਜ ਤੱਕ ਮੈਂ ਮੋੜਿਆ ਜਾਂ ਕੁਝ ਵੀ ਕੀਤਾ, ਮੈਂ ਅੱਜ ਤੱਕ ਇੱਕ ਵੀ ਕਾਰਡ ਸਿੱਟਿਆ ਨਹੀਂ। ਇੰਡੀਆ ਦੇ ਵਿੱਚ ਮੇਰੇ ਕੋਲ ਐਟਲੀਸਟ 4 ਲਾਈਫ ਸਾਈਜ਼ ਬੋਰੀਆਂ ਭਰੀਆਂ ਹੋਈਆਂ ਵਾਓ ਕਾਰਡਸ ਦੀਆਂ, ਤੇ ਅੱਜ ਤੱਕ ਮੈਂ ਕੋਈ ਵੀ, ਬਿਕਾਜ਼ ਇਟਸ ਕਾਈਂਡ ਆਫ ਅ ਰਿਸਪੈਕਟ ਹੈ ਨਾ। ਜਦੋਂ ਮੈਂ ਕਈ ਸਿੰਗਰਸ ਨਾਲ ਮਿਲਿਆ ਤੇ ਉਹ ਆਪਦੇ ਸਟੂਡੀਓ 'ਚ ਜਾਂਦੇ ਨੇ ਤਾਂ ਉਹ ਆਪਦੇ ਸ਼ੂਜ਼ ਨੂੰ ਉਤਾਰ ਕੇ ਜਾਂਦੇ ਆ, ਬਿਕਾਜ਼ ਉਹਨਾਂ ਦੀ ਇੱਕ ਰਿਸਪੈਕਟ ਹੈ। ਕਈ ਮੈਂ ਐਗਜ਼ੈਕਟਲੀ ਨਾਮ ਨਹੀਂ ਲਊਂਗਾ, ਪਰ ਕਈ ਇੱਦਾਂ ਦੇ ਨੇ ਜਿਹੜੇ ਕਿ ਕਹਿੰਦੇ ਵੀ ਇਸ ਘਰੇ ਸਾਡਾ ਸਟੂਡੀਓ ਆ ਤੇ ਅਸੀਂ ਜੇ ਕੁਝ ਮੀਟ ਵਗੈਰਾ ਕੁਝ ਵੀ ਖਾਣਾ ਤਾਂ ਅਸੀਂ ਉਹ ਬਾਹਰ ਬੈਠ ਕੇ ਆਪਦੇ ਪੌੜੀਆਂ ਤੇ ਖਾ ਰਹੇ ਨੇ, ਮਤਲਬ ਉਹਦੇ ਨਾਲ ਸਟੇਜ ਤੇ ਖਾ ਰਹੇ, ਪਰ ਕਹਿੰਦੇ ਅਸੀਂ ਘਰੇ ਨਹੀਂ ਖਾਣਾ, ਬਿਕਾਜ਼ ਦੇयर ਇਜ਼ ਅ ਕਾਈਂਡ ਆਫ ਰਿਸਪੈਕਟ ਵੀ ਇੱਥੇ ਸਟੂਡੀਓ ਹੈ। ਮੈਂ ਅੱਜ ਤੋਂ 3 ਸਾਲ ਪਹਿਲਾਂ ਨਾਨ ਵੈਜ ਖਾਣਾ ਕੁਇਟ ਕੀਤਾ ਸੀਗਾ। ਤਾਂ ਮੈਂ ਨਾਨ ਵੈਜ, ਸੌਰੀ, ਕੀ ਕਰਨਾ? ਮੈਂ ਨਾਨ ਵੈਜ ਖਾਣਾ, ਸੋ ਮੈਂ ਆਮ ਅ ਵੈਜੀਟੇਰੀਅਨ ਰਾਈਟ ਨਾਓ, ਆਮ ਅ ਵੈਜੀਟੇਰੀਅਨ। ਸੋ ਵਾਟ ਹੈਪਨਡ ਇਜ਼, ਮੈਨੂੰ ਇੱਕ ਗੱਲ ਸਟ੍ਰਾਈਕ ਕੀਤੀ ਸੀ ਉਸ ਟਾਈਮ ਦੇ ਉੱਤੇ, ਜਦੋਂ ਕਿ ਮੈਂ ਇਹ ਕਾਫੀ ਸਿੰਗਰਸ ਨੂੰ ਦੇਖ ਰਿਹਾ ਸੀਗਾ। ਮੈਂ ਕਿਹਾ ਯਾਰ ਵੀ ਇਹ ਨਾ ਜਾਂਦੇ ਆ ਤੇ ਇਹ ਜੇ ਮੀਟ ਵਗੈਰਾ ਖਾਂਦੇ ਤਾਂ ਬਾਹਰ ਖਾਂਦੇ ਆ, ਤੇ ਉਹ ਕਾਫੀ ਸਿੰਗਰਸ ਨੂੰ ਮੈਂ ਦੇਖਿਆ। ਤੇ ਉਸ ਤੋਂ ਬਾਅਦ ਮੇਰੀ ਮਮ ਨੇ ਇੱਕ ਗੱਲ, ਮੈਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ਰੈਗੂਲਰ, ਐਂਡ ਮੈਂ ਮੀਟ ਖਾ ਲੈਂਦਾ ਹੁੰਦਾ ਸੀਗਾ, ਪਰ ਜਿਸ ਦਿਨ ਆਬਵੀਅਸਲੀ ਆਪਾਂ ਮੀਟ ਖਾਣੇ, ਉਸ ਦਿਨ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ, ਜਿੱਦਾਂ ਕਿ ਆਪਾਂ ਨੂੰ ਵੱਡਿਆਂ ਨੇ ਸਿਖਾਇਆ। ਤਾਂ ਮੇਰੀ ਮਮ ਨੇ ਮੈਨੂੰ ਇਹੀ ਗੱਲ ਕਹੀ ਵੀ ਬੇਟਾ, ਜਿਸ ਦਿਨ ਤੁਸੀਂ ਵਰਸ਼ਿਪ ਕਰਨੀ ਆ ਉਸ ਦਿਨ ਤੁਸੀਂ ਇਹ ਚੀਜ਼ ਨੂੰ ਖਾ ਕੇ ਨਹੀਂ ਕਰਨੀ, ਇਹ ਚੀਜ਼ ਤੁਹਾਡੇ ਢਿੱਡ 'ਚ ਨਹੀਂ ਹੋਣੀ ਚਾਹੀਦੀ ਹੈ। ਤੁਸੀਂ ਗੁਰਦੁਆਰਾ ਸਾਹਿਬ ਜਾਣਾ, ਇਹ ਢਿੱਡ 'ਚ ਨਹੀਂ ਹੋਣੀ ਚਾਹੀਦੀ। ਤਾਂ ਮੈਂ ਇੱਕ ਚੀਜ਼ ਸੋਚੀ ਵੀ ਸ਼ਾਮ ਨੂੰ ਮੈਂ ਡੇਲੀ ਪ੍ਰੈਕਟਿਸ ਕਰਦਾ, ਦਿਸ ਇਜ਼ ਅ ਕਾਈਂਡ ਆਫ ਵਰਸ਼ਿਪ ਫॉर ਮੀ ਐਸ ਵੈਲ। ਇਹ ਵੀ ਇੱਕ ਪੂਜਾ ਹੀ ਹੈ, ਮੈਂ ਡੇਲੀ ਇਸ ਚੀਜ਼ ਨੂੰ ਪੂਜਦਾ, ਰਾਈਟ। ਸੋ ਮੈਂ ਨਾਨ ਵੈਜ ਖਾਣਾ ਛੱਡਿਆ ਸਿਰਫ ਇਸ ਲਈ ਕਿਉਂਕਿ ਜਿਵੇਂ ਮੈਂ ਗੁਰਦੁਆਰਾ ਸਾਹਿਬ ਜਾਣਾ, ਉੱਥੇ ਮੈਂ ਹਨਾ ਡੇਲੀ ਇੱਕ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ। ਇਹ ਵੀ ਇੱਕ ਵਰਸ਼ਿਪ ਹੈ ਮੇਰੇ ਵਾਸਤੇ, ਇਹ ਮੇਰੀ ਕਿਰਤ ਹੈ, ਤੇ ਮੈਂ ਨਾਨ ਵੈਜ ਖਾ ਕੇ ਇਦਾਂ ਦਾ ਕੁਝ ਆ ਚੀਜ਼ ਨਹੀਂ ਕਰਨੀ। ਦੈਟ ਇਜ਼ ਮਾਈ ਥਿੰਕਿੰਗ। ਮੈਂ ਲੋਕਾਂ ਦੇ ਉੱਤੇ ਇੰਪੋਜ਼ ਨਹੀਂ ਕਰ ਰਿਹਾ, ਪਰ ਇਹ ਮੇਰੀ ਸੋਚ ਹੈ, ਤੇ ਦੈਟ ਇਜ਼ ਵਾਈ ਮੈਂ 3 ਸਾਲ ਹੋ ਗਏ ਉਹਨਾਂ ਅੱਜ ਤੋਂ, ਤਾਂ ਮੈਂ ਉੱਦਾਂ ਦੀ ਕਿਸੇ ਚੀਜ਼ ਨੂੰ ਟੱਚ ਵੀ ਨਹੀਂ ਕਰਦਾ। ਸੋ ਅਨਮੋਲ, ਜਿਹੜੇ ਮੈਜਿਕ ਆ ਇਹ ਤਾਂ ਟ੍ਰਿਕਸ ਨੇ, ਹਨਾ, ਸੋ ਤੁਸੀਂ ਪ੍ਰੈਕਟਿਸ ਦੇ ਨਾਲ ਕਰ ਸਕਦੇ ਹੋ, ਬਟ ਜਿਹੜੀ ਤੁਸੀਂ ਮਾਈਂਡ ਰੀਡਿੰਗ ਕਰਦੇ ਹੋ, ਦੈਟਸ ਅ ਸਕਿੱਲ। ਬਿਲਕੁਲ। ਤੇ ਇਹ ਹਿਊਮਨ ਸਾਈਕੋਲੋਜੀ ਨਾਲ, ਆਫ ਕੋਰਸ, ਜਿਵੇਂ ਕਹਿੰਦੇ ਅੱਖਾਂ
ਬੋਲਦੀਆਂ ਨੇ, ਆਈ ਥਿੰਕ ਤੁਸੀਂ ਅੱਖਾਂ ਪੜ੍ਹਦੇ ਹੋ, ਸੋ ਬੋਡੀ ਲੈਂਗੁਏਜ ਨੂੰ ਪੜ੍ਹਦੇ ਹੋ, ਸੋ ਇਹਦੇ ਕੋਈ ਕੋਰਸਿਸ ਵਗੈਰਾ ਵੀ ਹੁੰਦੇ ਆ ਜਿਹੜੇ ਤੁਸੀਂ ਕੋਈ ਕੋਰਸ ਕੀਤਾ ਸੀ ਜਾਂ ਜਿਹੜਾ ਤੁਸੀਂ ਕਹਿ ਰਹੇ ਹੋ ਆਨਲਾਈਨ ਕੀਤਾ ਸੀਗਾ? ਐਕਚੁਅਲੀ ਹੁਣ ਮੈਂ ਐਗਜ਼ੈਕਟ ਕੋਰਸਿਸ ਰਿਵੀਲ ਨਹੀਂ ਕਰ ਸਕਦਾ ਬਿਕਾਜ਼ ਦੋ ਟਾਈਪ ਦੇ ਪੀਪਲ ਹੁੰਦੇ ਆ। ਪਹਿਲੇ ਹੁੰਦੇ ਆ ਜਿਹੜੇ ਕਿ ਸਿੱਖਣਾ ਚਾਹੁੰਦੇ, ਮੈਂ ਫੋਰ ਸ਼ੋਰ ਉਹ ਮੇਰੇ ਕੋਲ ਆਉਣਗੇ, ਮੈਂ ਉਹਨਾਂ ਨੂੰ ਦੱਸੂੰਗਾ ਵੀ ਤੁਸੀਂ ਕਿੱਦਾਂ ਇਹਨੂੰ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਮੈਂ ਖੁਦ ਵੀ ਸਿਖਾਉਣ ਦੀ ਕੋਸ਼ਿਸ਼ ਕਰੂੰਗਾ, ਪਰ ਹਾਲਾਂਕਿ ਅੱਜ ਮੈਂ ਖੁਦ ਉਸ ਚੀਜ਼ 'ਚ ਇੰਨਾ ਮਾਹਿਰ ਨਹੀਂ ਹੈਗਾ, ਮੈਂ ਖੁਦ ਸਿੱਖ ਰਿਹਾ, ਤਾਂ ਮੈਂ ਨਹੀਂ ਸੋਚਦਾ ਵੀ ਮੈਂ ਕਿਸੇ ਦਾ ਜੇ ਗੁਰੂ ਬਣਨ ਦੇ ਲਾਇਕ ਹੈਗਾ। ਸੋ ਬਟ ਮੈਂ ਉਹਨਾਂ ਨੂੰ ਗਾਈਡ ਜ਼ਰੂਰ ਕਰ ਸਕਦਾ। ਮੈਂ ਇੰਸਟਾਗ੍ਰਾਮ 'ਤੇ ਕਈ ਲੋਕਾਂ ਨੂੰ ਗਾਈਡ ਵੀ ਕੀਤਾ ਵੀ ਤੁਸੀਂ ਇੱਕ ਕੰਮ ਕਰੋ, ਤੁਸੀਂ ਇੱਥੇ ਜਾਓ, ਤੁਹਾਨੂੰ ਇੱਥੋਂ ਦੀ ਬਿਗਨਿੰਗ ਰਿਸੋਰਸਿਸ ਮਿਲਣਗੇ, ਪਰ ਮੈਂ ਖੁਦ ਲੋਕਾਂ ਨੂੰ ਸਿਖਾ ਨਹੀਂ ਸਕਦਾ। ਸੋ ਸਾਈਕੋਲੋਜੀ ਵਿੱਚ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਸੀਗਾ ਛੋਟੇ ਹੁੰਦੇ ਤੋਂ ਹੀ। ਇਟਸ ਮਤਲਬ ਵੀ ਸਾਈਕੋਲੋਜੀ ਇੱਕ ਸਪੈਸੀਫਿਕ ਫੀਲਡ ਹੈ, ਇਟਸ ਨਾਟ ਲਾਈਕ ਇੰਟਾਇਰਲੀ। ਸਾਈਕੋਲੋਜੀ ਇਜ਼ ਅ ਬਿਗ ਕਨਸੈਪਟ, ਬਹੁਤ ਚੀਜ਼ਾਂ ਨੂੰ ਹੈਂਡਲ ਕਰਦਾ। ਬਿਹੇਵੀਅਰ ਵੀ ਲੋਕ ਐਟ ਦਾ ਪੁਆਇੰਟ ਬਿਹੇਵ ਕਿੱਦਾਂ ਕਰਦੇ ਆ, ਲਾਈਕ ਇੱਕ ਛੋਟਾ ਇਫੈਕਟ ਹੈ। ਜੇ ਮੈਂ ਕਲਾਸਰੂਮ ਦੇ ਇੱਕ ਕੋਨੇ 'ਤੇ ਬੈਠਾ, ਇੱਕ ਕਲਾਸਰੂਮ ਦੇ ਦੂਜੇ ਕੋਨੇ 'ਤੇ ਇੱਕ ਮੁੰਡਾ ਬੈਠਾ ਹੈ ਜਾਂ ਕੋਈ ਕੁੜੀ ਬੈਠੀ ਹੈ, ਉਹ ਮੈਨੂੰ ਨੋਟਿਸ ਕਰ ਰਹੀ ਹੈ, ਮੈਨੂੰ ਐਟ ਦਾ ਪੁਆਇੰਟ ਪਤਾ ਨਹੀਂ ਵੀ ਉਹ ਕੁੜੀ ਮੈਨੂੰ ਨੋਟਿਸ ਕਰ ਰਹੀ ਹੈ, ਪਰ ਮੈਨੂੰ ਸ਼ੱਕ ਹੈ ਵੀ ਕੁੜੀ ਨੋਟਿਸ ਕਰ ਰਹੀ ਹੈ ਕਿ ਨਹੀਂ। ਤੁਸੀਂ ਉਬਾਸੀ ਲਓਗੇ, ਯੂ ਵਿਲ ਯੌਨ ਐਂਡ ਯੂ ਵਿਲ ਨੋਟਿਸ ਵੀ ਜਦੋਂ ਤੁਸੀਂ ਉਹਦੇ ਵੱਲ ਦੇਖੋਗੇ, ਉਹਨੇ ਤਾਂ ਅੱਖਾਂ ਦੂਜੇ ਪਾਸੇ ਨੂੰ ਕਰ ਲੈਣੀ, ਬਟ ਸ਼ੀ ਵਿਲ ਯੌਨ ਐਜ਼ ਵੈਲ। ਸੋ ਇਟਸ ਲਾਈਕ ਹਿਊਮਨ ਬਿਹੇਵੀਅਰ। ਤੇ ਉਹ ਲੜਕੀ ਨੇ ਇਹ ਇੰਟੈਂਸ਼ਨਲੀ ਨਹੀਂ ਕਰਨਾ, ਦਿਸ ਇਜ਼ ਸਮ ਸਬਕੌਂਸ਼ੀਅਸ ਥਿੰਗਸ ਜਿਹੜੇ ਕਿ ਹਿਊਮਨ ਨਾਰਮਲੀ ਕਰਦੇ ਆ। ਅਸੀਂ ਉਹਨਾਂ ਦਾ ਫਾਇਦਾ ਚੱਕਦੇ ਹਾਂ ਤੇ ਅਸੀਂ ਲੋਕਾਂ ਦੇ ਬਿਹੇਵੀਅਰ ਨੂੰ ਰੀਡ ਕਰਦੇ ਹਾਂ। ਤਾਂ ਐਗਜ਼ੈਕਟਲੀ ਮਾਈਂਡ ਰੀਡਿੰਗ ਨਹੀਂ, ਹਾਂ ਇਟਸ ਕਾਈਂਡ ਆਫ ਅ ਬਿਹੇਵੀਅਰ ਰੀਡਿੰਗ। ਸੋ ਅੱਜ ਅਨਮੋਲ ਮੈਜਿਕ ਵੀ ਕਰਕੇ ਦਿਖਾਉਣਗੇ ਤੇ ਇੱਕ ਦੋ ਕਾਲਰਸ ਨੂੰ ਸ਼ਾਇਦ ਅਸੀਂ ਔਨ ਏਅਰ ਵੀ ਲਵਾਂਗੇ, ਉਹਨਾਂ ਨਾਲ ਵੀ ਟ੍ਰਿਕ ਖੇਡਿਆ ਜਾਊਗਾ। ਸੋ ਲਾਸਟ ਦੇ ਫਿਊ ਮਿੰਟਸ ਜੇ ਹੋ ਸਕਿਆ ਤਾਂ ਜ਼ਰੂਰ ਰੈਡ FM ਵੈਂਕੂਵਰ ਫੇਸਬੁੱਕ ਤੇ ਲਾਈਵ ਜਾ ਕੇ ਜ਼ਰੂਰ ਦੇਖਿਓ, ਕਿਉਂਕਿ ਅਨਮੋਲ ਦਾ ਕਹਿਣਾ ਕਿ ਇਹ ਚੀਜ਼ ਦੇਖ ਕੇ ਹੀ ਤੁਹਾਨੂੰ ਸਵਾਦ ਆਉਣਾ। ਸੋ ਮੈਜਿਕ ਤਾਂ ਦੇਖ ਕੇ ਹੀ ਸਵਾਦ ਆਉਂਦਾ ਸੁਣਨ ਨਾਲੋਂ। ਸੋ ਅਨਮੋਲ, ਸਭ ਤੋਂ ਪਹਿਲਾਂ ਕਿਹੜਾ ਮੈਜਿਕ ਕਰਨ ਲੱਗੇ ਤੁਸੀਂ? ਸੋ ਸਭ ਤੋਂ ਪਹਿਲਾਂ ਮੈਮ ਆਪਾਂ ਦੇयर इज टू थिंग्स ਹੈ ਨਾ। ਇੱਕ ਆਪਾਂ ਬਿਹੇਵੀਅਰ ਨੂੰ ਲੋਕਾਂ ਨੂੰ ਦੇਖਦੇ ਹਾਂ। ਸੋ ਆਈ ਵਾਂਟ ਯੂ ਟੂ ਟੇਕ ਅ ਡੀਪ ਬ੍ਰੈਥ, ਇੱਕ ਬ੍ਰੈਥ ਲਓ, ਟੇਕ ਅ ਡੀਪ ਬ੍ਰੈਥ, ਠੀਕ ਹੈ, ਰਿਲੈਕਸ, ਦੈਟਸ ਇਟ। ਸੋ ਮੈਂ ਚਾਹੁੰਦਾ ਵੀ ਤੁਸੀਂ ਇੱਕ ਨੇਮ ਬਾਰੇ ਸੋਚੋ, ਇੱਕ ਮੇਬੀ ਅ ਪਰਸਨ, ਮੇਬੀ ਸਮਥਿੰਗ, ਐਨੀ ਕਾਈਂਡ ਆਫ ਨੇਮ ਹੈ ਨਾ। ਤੇ ਇੱਕ ਤੁਸੀਂ ਜਗ੍ਹਾ ਬਾਰੇ ਸੋਚੋ, ਇੱਕ ਇਦਾਂ ਦੀ ਜਗ੍ਹਾ ਜਿੱਥੇ ਤੁਸੀਂ ਕਦੇ ਵੀ ਗਏ ਨਹੀਂ, ਰਾਈਟ? ਓਕੇ, ਸਿੰਪਲ। ਤੇ ਜਿਹੜੀ ਦੋਨਾਂ ਨੂੰ ਇਕੱਠੇ ਸੋਚਣਾ, ਦੋਨਾਂ ਨੂੰ ਤੁਸੀਂ ਇਕੱਠੇ ਸੋਚ ਸਕਦੇ ਹੋ, ਠੀਕ ਹੈ? ਸੋ ਇਟਸ ਰੀਅਲੀ ਸਿੰਪਲ। ਜਿਹੜਾ ਉਹ ਪਰਸਨ, ਉਹ ਫਿਗਰ ਹੈ, ਕੁਝ ਵੀ ਹੈਗਾ, ਜਿਹੜੀ ਚੀਜ਼ ਦਾ ਤੁਸੀਂ ਨਾਮ ਸੋਚ ਰਹੇ ਹੋ, ਤੁਸੀਂ ਉਹਨਾਂ ਨੂੰ ਪਹਿਲਾਂ ਕਿਤੇ ਮਿਲੇ ਹੋ? ਹਾਂ, ਨਹੀਂ, ਤੁਸੀਂ ਪਹਿਲਾਂ ਉਹਨਾਂ ਨੂੰ ਕਦੇ ਨਹੀਂ ਮਿਲੇ? ਓਕੇ, ਇਟਸ ਅ ਕਾਈਂਡ ਆਫ ਸੈਲੈਬ੍ਰਿਟੀ। ਕੋਈ ਸੈਲੈਬ੍ਰਿਟੀ ਹੈ ਇਦਾਂ ਦਾ ਕੁਛ ਹੈ? ਮੇਬੀ ਕਈ ਇਦਾਂ ਦੇ ਲੋਕ ਹੁੰਦੇ ਜਿਹੜੇ ਤੁਹਾਡੇ ਵਾਸਤੇ ਸੈਲੈਬ੍ਰਿਟੀ ਹੁੰਦੇ ਆ। ਜਾਣਦੇ ਸਾਰੇ ਨੇ, ਜਾਣਦੇ ਸਾਰੇ ਨੇ, ਦੈਟਸ ਗੁੱਡ। ਜਾਣਦੇ ਸਾਰੇ ਨੇ, ਗੁੱਡ। ਸੋ ਜਿਹੜੀ ਜਗ੍ਹਾ ਉੱਥੇ ਤੁਸੀਂ ਅੱਜ ਤੋਂ ਪਹਿਲਾਂ ਕਦੇ ਗਏ ਨਹੀਂ, ਕਦੇ ਵੀ ਨਹੀਂ ਗਏ, ਐਂਡ ਮੇਕ ਸ਼ੋਰ ਤੁਸੀਂ ਮੈਨੂੰ ਪਹਿਲਾਂ ਕਦੇ ਦੱਸਿਆ ਨਹੀਂ, ਦੇयर ਇਜ਼ ਨਥਿੰਗ ਲਾਈਕ ਦੈਟ। ਆਪਾਂ ਪਹਿਲਾਂ ਤਾਂ ਕੁਝ ਸੈਟਅਪ ਨਹੀਂ ਕੀਤਾ, ਤੁਸੀਂ ਮੈਨੂੰ ਪਹਿਲਾਂ ਕਦੇ ਕੁਝ ਨਹੀਂ ਦੱਸਿਆ। ਦੇयर ਇਜ਼ ਨੋ ਵੇ ਵੀ ਮੈਨੂੰ ਕਿਤੇ ਵੀ ਪਤਾ ਲੱਗ ਜਾਏ, ਮੈਂ ਤੁਹਾਡੇ ਇੰਸਟਾਗ੍ਰਾਮ ਤੇ ਜਾਵਾਂ ਤੇ ਉੱਥੇ ਮੈਨੂੰ ਪਤਾ ਲੱਗ ਜਾਏ ਵੀ ਤੁਸੀਂ ਇੱਥੇ ਜਾਣਾ ਚਾਹੁੰਦੇ ਹੋ, ਸਮਥਿੰਗ ਲਾਈਕ ਦੈਟ, ਨਥਿੰਗ। ਤੁਸੀਂ ਕਦੇ ਇੱਛਾ ਜ਼ਾਹਿਰ ਜਦ ਗਈ ਨਹੀਂ ਤਾਂ ਪੋਸਟ ਕੀ ਕਰਨਾ। ਐਬਸੋਲੂਟਲੀ। ਸੋ ਇਟਸ ਰੀਅਲੀ ਸਿੰਪਲ। ਮੈਂ ਚਾਹੁੰਦਾ ਵੀ ਤੁਸੀਂ ਅੱਖਾਂ ਬੰਦ ਕਰੋ, ਅੱਖਾਂ ਬੰਦ ਕਰੋ। ਹੁਣ ਤੁਸੀਂ ਇਮੇਜਿਨ ਕਰਨਾ ਤੁਸੀਂ ਉਹ ਜਗ੍ਹਾ ਤੇ ਖੜੇ ਹੋ, ਓਕੇ, ਠੀਕ ਹੈ? ਤੇ ਹਾਂ ਜਾਂ ਨਾ, ਤੁਸੀਂ ਕੁਝ ਵੀ ਨਹੀਂ ਬੋਲਣਾ ਰਾਈਟ ਨਾਓ। ਜੋ ਵੀ ਮੈਂ ਤੁਹਾਨੂੰ ਇਮੇਜਿਨ ਕਹੂੰਗਾ ਕਰਨ ਨੂੰ, ਤੁਸੀਂ ਉਹ ਚੀਜ਼ ਕਰਨੀ ਹੈ। ਤੁਸੀਂ ਉਹ ਜਗ੍ਹਾ ਤੇ ਖੜੇ ਹੋ, ਤੁਸੀਂ ਉਹ ਜਗ੍ਹਾ ਦੀ ਮੇਬੀ ਟਰਾਈ ਕਰੋ ਕੋਈ ਇੱਦਾਂ ਦੀ ਫੇਮਸ ਥਾਂ ਤੇ ਜਾ ਕੇ ਖੜੇ ਹੋ ਜਾਓ ਤੇ ਉਹ ਜਗ੍ਹਾ ਨੂੰ ਪ੍ਰੋਪਰਲੀ ਦੇਖੋ। ਟਰਾਈ ਟੂ ਇਮੇਜਿਨ ਐਵਰੀ ਸਿੰਗਲ ਡੀਟੇਲ ਵੀ ਉਹ ਜਗ੍ਹਾ ਕਿਹੜੀ ਹੈ। ਦੈਟਸ ਗ੍ਰੇਟ। ਓਕੇ, ਤੁਸੀਂ ਕਦੇ ਵੀ ਮੈਨੂੰ ਉਹ ਜਗ੍ਹਾ ਬਾਰੇ ਨਹੀਂ ਦੱਸਿਆ, ਰਾਈਟ? ਅੱਖਾਂ ਖੋਲੋ। ਨਹੀਂ, ਠੀਕ ਹੈ। ਦ ਮੋਮੈਂਟ ਆਫ ਯੋਰ ਹੈਡ, ਮੈਨੂੰ ਲੱਗ ਰਿਹਾ ਵੀ ਜਿਹੜੀ ਜਗ੍ਹਾ ਬਾਰੇ ਤੁਸੀਂ ਸੋਚ ਰਹੇ ਹੋ, ਮਤਲਬ ਉਹਦੀ ਹਾਈਟ, ਇਟਸ ਅ ਗੁੱਡ ਹਾਈਟ। ਦੇਖੋ ਤੁਹਾਡੇ ਐਕਸਪ੍ਰੈਸ਼ਨਸ ਇੱਕਦਮ ਚੇਂਜ ਹੋਏ, ਬਿਕਾਜ਼ ਹਾਈਟ ਐਕਚੁਅਲੀ ਇਟਸ ਸਿਗਨੀਫਿਕੈਂਟ। ਹਾਈਟ ਕਾਫੀ ਸਿਗਨੀਫਿਕੈਂਟ ਹੈ ਉਹ ਜਗ੍ਹਾ ਦੀ ਜਿਹੜੀ ਤੁਸੀਂ ਸੋਚ ਰਹੇ ਸੀ। ਐਮ ਆਈ ਰਾਈਟ? ਕਾਫੀ ਸਿਗਨੀਫਿਕੈਂਟ ਹਾਈਟ ਹੈ। ਇਫ ਆਈ ਵੁੱਡ ਟੇਕ ਅ ਵਾਈਲਡ ਗੈਸ, ਬੁਰਜ ਖਲੀਫਾ? ਨੋ, ਬੁਰਜ ਖਲੀਫਾ ਜੇ ਮੈਂ ਜਦੋਂ ਬੋਲਣਾ ਸਟਾਰਟ ਹੀ ਕਰਦਾ, ਮੇਬੀ ਉਦੋਂ ਹੀ ਤੁਹਾਡਾ ਰਿਐਕਸ਼ਨ ਆ ਜਾਂਦਾ। ਦਿਸ ਇਜ਼ ਕਾਈਂਡ ਆਫ ਸਿੰਪਲ ਬਿਹੇਵੀਅਰ। ਫॉर ਐਗਜ਼ਾਮਪਲ, ਹਾਈਟ, ਗੁੱਡ ਥਿੰਗ। ਕੀ ਤੁਸੀਂ ਉਦੋਂ ਰਾਤ ਦੇ ਟਾਈਮ ਬਾਰੇ ਸੋਚ ਰਹੇ ਸੀ ਜਦੋਂ ਤੁਸੀਂ ਦੇਖ ਰਹੇ ਸੀ, ਜਾਂ ਦਿਨ ਦਾ? ਰਾਤ ਦੇ ਟਾਈਮ, ਦੈਟਸ ਗੁੱਡ, ਬਿਕਾਜ਼ obviously ਰਾਤ ਦੇ ਟਾਈਮ ਮੇਰੇ ਬੰਦਾ ਉਦੋਂ ਹੀ ਸੋਚਦਾ ਜਦੋਂ ਉਹ ਕਿਸੇ ਐਦੀ ਜਗ੍ਹਾ ਬਾਰੇ ਸੋਚ ਰਿਹਾ ਹੋਊਗਾ ਜਿਹਦੇ ਉੱਤੇ ਲਾਈਟਸ ਲੱਗੀਆਂ ਹੋਣਗੀਆਂ ਜਾਂ ਸਮਥਿੰਗ ਲਾਈਕ ਦੈਟ, ਜਾਂ ਮੇਬੀ ਮਤਲਬ ਵੀ ਯੂ ਨੋ। ਅੱਛਾ, ਜਗ੍ਹਾ ਦਾ ਨਾਮ ਰਹਿਣ ਦਿਓ, ਜਿਹੜੀ ਤੁਸੀਂ ਐਟ ਦਾ ਪੁਆਇੰਟ ਸਪੈਸੀਫਿਕ ਮੇਬੀ ਕੋਈ ਉੱਥੋਂ ਦੀ ਫੇਮਸ ਪਲੇਸ ਦਾ ਨਾਮ ਸੋਚ ਰਹੇ ਹੋਗੇ ਤੁਸੀਂ, ਜਿਹੜੀ ਉਸ ਤੋਂ ਪਹਿਲਾਂ ਸੋਚ ਰਹੇ ਸੀ ਤੁਸੀਂ, ਇੱਕ ਮਤਲਬ ਵੀ ਪੂਰੀ ਜਗ੍ਹਾ ਦਾ ਨਾਮ, ਉਹਦੇ ਬਾਰੇ ਸੋਚੋ। ਪਹਿਲੇ ਅਲਫਾਬੈਟ ਦੇ ਬਾਰੇ ਸੋਚੋ। Am I right? You're thinking about
a big place that is Eiffel Tower in Paris. Oh my God. Am I right? Yes. See, that's really simple. A behavior, ਤੁਸੀਂ ਲੋਕਾਂ ਦੇ behavior ਨੂੰ actually ਦੇਖ ਕੇ ਬਹੁਤ ਕੁਝ ਦੱਸ ਸਕਦੇ ਹੋ। ਸਿਰਫ No, ਮੈਨੂੰ but how? you just shorten down ਵੀ at the point ਤੁਸੀਂ ਕਿੰਨੀਆਂ ਚੀਜ਼ਾਂ ਸੋਚ ਸਕਦੇ ਸੀਗੇ। ਤਾਂ ਮੈਂ ਸੋਚਿਆ ਵੀ ਹਾਈਟ ਦੇ ਨਾਲ ਸਿਗਨੀਫੀਕੈਂਸ But ਅੱਖਾਂ ਬੰਦ ਦੇ ਵਿੱਚ ਹਾਈਟ ਦਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ? really simple. Okay, let me try again. ਤੁਸੀਂ ਇੱਕ ਨਾਮ ਦੇ ਬਾਰੇ ਵੀ ਸੋਚਣਾ, right? Yeah. ਉਹ ਉਹਨਾਂ ਨੂੰ ਪਹਿਲਾਂ ਤੁਸੀਂ ਕਦੇ ਨਹੀਂ ਮਿਲੇ ਤੇ ਤੁਸੀਂ ਇੱਕ ਗੱਲ ਕਹੀ ਵੀ ਇਟਸ kind of a celebrity, like everybody knows him or her. ਮੈਨੂੰ ਇਹਦਾ ਪਤਾ ਨਹੀਂ male or female, there's something like that, but it's okay. Think about the first alphabet. Think about the last alphabet. The amount of time it took you, ਤੁਸੀਂ ਆਪਦੇ lips ਨੂੰ ਜਿਸ ਹਿਸਾਬ ਨਾਲ move ਕੀਤਾ, 8 to 9 alphabets. 8 alphabets. 8 alphabet ਦੇ ਆਸ-ਪਾਸ ਜਿੰਨਾ ਟਾਈਮ ਤੁਹਾਨੂੰ ਲੱਗਿਆ। ਪਹਿਲਾ alphabet ਬਾਰੇ ਸੋਚੋ। Good. ਦੂਜੇ alphabet ਬਾਰੇ ਸੋਚੋ। ਲਾਸਟ ਬਾਰੇ ਸੋਚੋ। ਇਹਨਾਂ ਵਿੱਚ ਕੋਈ ਇੱਕ ਵੋਵਲ ਸੀਗਾ, A, E, I, O or U. Actually ਦੋ ਵੋਵਲਸ ਹੈ। There is one A and there is one U. Am I right? Yeah. ਉਹਦੇ ਵਿੱਚ ਕਿਤੇ ਪੂਰੇ ਨਾਮ ਦੇ ਵਿੱਚ ਕਿਤੇ ਇੱਕ G ਵੀ ਆ ਰਿਹਾ ਹੈ। G, I guess there is something like G, right? You're not thinking about a person. Yes. You're not thinking about a human. Yeah. ਤੁਸੀਂ ਵਾਹਿਗੁਰੂ ਨੇਮ ਦੇ ਬਾਰੇ ਸੋਚ ਰਹੇ ਹੋ। Oh my God, Anmol. How do you do that? If I tell you, I have to kill you. I don't want to kill you. Oh my God. So, you know what? ਮੈਂ ਸੋਚਿਆ ਸੀਗਾ ਮੈਂ ਕਿ ਅਨਮੋਲ ਨਾ ਨਾਮ ਵਗੈਰਾ ਕਿਤੋਂ ਵੀ ਫੇਸਬੁੱਕ ਤੋਂ ਕੱਢ ਸਕਦਾ ਹੈ ਨਾ, ਇੰਸਟਾਗ੍ਰਾਮ ਤੋਂ ਕੱਢ ਸਕਦਾ, ਬਟ ਸਮਥਿੰਗ that he can't find. That's what I was thinking. Oh my God. That's why I was confused. ਨਹੀਂ ਤਾਂ ਮੈਨੂੰ I guess ਥੋੜਾ ਪਹਿਲਾਂ ਪਤਾ ਲੱਗ ਜਾਂਦਾ, but I'm like I don't think so it's kind of a celebrity. Because ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ, ਸੋ ਵਾਹਿਗੁਰੂ। ਤਾਂ ਹੀ ਮੈਨੂੰ ਇੱਕ ਚੀਜ਼ ਲੱਗੀ ਵੀ ਤੁਸੀਂ ਫਸਟ ਆਫ ਆਲ ਸਿਗਨੀਫੀਕੈਂਟਲੀ ਕਹਿ ਨਹੀਂ ਰਹੇ ਸੀ ਕਿ ਵੀ ਇਟਸ ਅ ਸੈਲੀਬ੍ਰਿਟੀ ਔਰ ਨਾਟ, ਅਦਰਵਾਈਜ਼ ਯੂ ਆਰ ਫॉर ਸ਼ੋਰ ਵੀ ਜੇ ਤੁਸੀਂ ਸੋਚੋਗੇ ਵੀ ਹਾਂ ਦਿਲਜੀਤ ਦੋਸਾਂਝ ਵਿਲ ਬੀ ਲਾਈਕ ਯੈਸ ਹੀ ਇਜ਼ ਅ ਸੈਲੀਬ੍ਰਿਟੀ। if you will think about someone who's your relative, maybe he's not a celebrity or something like that, right? Oh, you're amazing, Anmol. Oh my God. Like I'm just going blank right now. Thank you. I don't know how you do that. Okay, ਹੁਣ ਜਿਹੜੇ ਤੁਸੀਂ ਮੈਜਿਕ ਟ੍ਰਿਕਸ ਕਰਦੇ ਹੋ, ਇੰਨੇ ਜ਼ਿਆਦਾ ਮੈਜਿਕ ਟ੍ਰਿਕਸ ਕਰਦੇ ਹੋ, ਕਈ ਵਾਰ ਤੁਸੀਂ ਡੇਂਜਰਸ ਮੈਜਿਕ ਟ੍ਰਿਕਸ ਵੀ ਮੈਂ ਤੁਹਾਨੂੰ ਕਰਦੇ ਦੇਖਿਆ, ਨੇਲ ਨੱਕ ਚੋਂ ਕੱਢਦੇ ਦੇਖਿਆ, ਫਰੋਗ ਨੂੰ ਤੁਸੀਂ ਮੂੰਹ ਚੋਂ ਕੱਢਦਿਆਂ ਨੂੰ ਤੁਹਾਨੂੰ ਦੇਖਿਆ। ਡਿਲੀਸ਼ੀਅਸ, ਰਾਈਟ? ਯੂਕਸ। ਸੋ ਉਹ ਨਿੱਕਾ ਜਿਹਾ ਫਰੋਗ। ਹੋਰ ਕਿਹੜੀਆਂ ਤੁਸੀਂ ਲਾਈਕ ਫਾਇਰ ਦੇ ਨਾਲ ਤੁਹਾਨੂੰ ਕਰਦਿਆਂ ਨੂੰ ਦੇਖਿਆ, ਲਾਈਕ ਹੋਰ ਕਿਹੜੀਆਂ ਤੁਸੀਂ ਚੀਜ਼ਾਂ ਕੀਤੀਆਂ ਹੋਈਆਂ ਨੇ ਡੇਂਜਰਸ? ਸੋ ਮੈਂ ਕੁਝ ਚੀਜ਼ਾਂ ਜੇ ਮੈਂ ਇੱਕ ਸੀਰੀਜ਼ ਦੇ ਉੱਤੇ ਵਰਕ ਪਹਿਲਾਂ ਮੈਂ ਸ਼ੋਰ ਕਰ ਲਾਂ ਕਿ ਰੈਡ ਐਫਐਮ ਤੇ ਅੱਜ ਤਾਂ ਨਹੀਂ ਕੋਈ ਤੁਸੀਂ ਇਹੋ ਜਿਹੀ ਕੋਈ ਡੇਂਜਰਸ ਨਹੀਂ ਮੈਂ ਇਦਾਂ ਦੀ ਫॉर ਸ਼ੋਰ ਨਹੀਂ ਲੈ ਕੇ ਆਇਆ, ਬਿਕਾਜ਼ ਦ ਥਿੰਗ ਇਜ਼ ਮੈਨੂੰ ਪਤਾ ਵੀ ਮੋਸਟ ਆਫ ਦਾ ਟਾਈਮ ਮੋਸਟਲੀ ਰਿਵਿਊਅਰਸ ਸੁਣ ਰਹੇ ਹੋਣਗੇ, ਸੋ ਬੌਸ ਵੀ ਸੇਫ। ਸੋ ਦੈਟ ਇਜ਼ ਵਾਈ ਮੈਂ ਕਿਹਾ ਵੀ ਜੋ ਸੁਣ ਰਹੇ ਨੇ ਤਾਂ ਮੈਂ ਨਹੀਂ ਚਾਹੁੰਦਾ ਵੀ ਉਹਨਾਂ ਨੂੰ ਉਹ ਚੀਜ਼ ਪਤਾ ਵੀ ਨਾ ਲੱਗੇ ਜੋ ਮੈਂ ਇੱਥੇ ਕਰ ਰਿਹਾ। ਦੈਟ ਇਜ਼ ਵਾਈ ਮੈਂ ਉੱਦਾਂ ਦੀ ਫਿਜ਼ੀਕਲ ਕੋਈ ਚੀਜ਼ ਨਹੀਂ ਲੈ ਕੇ ਆਇਆ, ਬਟ ਦੇਰ ਆਰ ਸਮ ਮੈਂਟਲ ਥਿੰਗਸ। ਇੱਕ ਦੋ ਚੀਜ਼ਾਂ ਮੈਂ ਹੁਣੀ ਤੁਹਾਡੇ ਨਾਲ ਕੀਤੀਆਂ ਐਂਡ ਇੱਕ ਦੋ ਚੀਜ਼ਾਂ ਹੋਰ ਨੇ, ਪਰ ਹਾਂ ਮੈਂ ਫਿਰ ਵੀ ਸਾਰੇ ਸੁਣਨ ਵਾਲਿਆਂ ਨੂੰ ਇੱਕੋ ਚੀਜ਼ ਕਹੂੰਗਾ ਵੀ ਪਲੀਜ਼ ਲਾਸਟ ਵਾਲੇ 3 ਮਿੰਟ 4 ਮਿੰਟ ਜਦੋਂ ਤੁਸੀਂ ਤੁਹਾਨੂੰ ਕਹਿੰਦੇ ਆ, ਸਿਰਫ 3 ਜਾਂ 4 ਮਿੰਟ ਕੱਢ ਕੇ ਤੁਸੀਂ ਦੇਖਿਓ ਜ਼ਰੂਰ। ਦੇਰ ਇਜ਼ 1 or 2 ਥਿੰਗਸ ਜਿਹੜੀ ਕਿ ਅੱਜ ਤੱਕ ਵਰਲਡ 'ਚ ਕਿਤੇ ਨਹੀਂ ਹੋਈਆਂ, ਜਿਹੜੀਆਂ ਮੈਂ ਰਾਈਟ ਨਾਓ ਕਰਨ ਵਾਲਾ ਇਹਨਾਂ ਦੇ ਫੇਸਬੁੱਕ ਲਾਈਵ ਤੇ। ਤੇ ਉਹ ਮੈਂ ਟ੍ਰਿਕ ਸਪੈਸੀਫਿਕਲੀ ਕ੍ਰੀਏਟ ਕੀਤੀਆਂ ਸਿਰਫ ਤੇ ਸਿਰਫ ਇਹਨਾਂ ਦੇ ਰੈਡ ਐਫਐਮ ਪੇਜ ਲਈ। ਵਾਓ, ਥੈਂਕ ਯੂ। ਸੋ ਅਨਮੋਲ, ਤੁਸੀਂ ਡੇਂਜਰਸ ਐਕਟੀਵਿਟੀਜ਼ ਬਾਰੇ ਨਹੀਂ ਦੱਸਿਆ, ਕਿਹੜੀਆਂ ਕੀਤੀਆਂ, ਮਤਲਬ ਕਿਹੋ ਜਿਹੀਆਂ ਕੀਤੀਆਂ ਨੇ ਹੋਰ ਤੁਸੀਂ ਡੇਂਜਰਸ? ਮੈਮ ਡੇਂਜਰਸ ਐਕਟੀਵਿਟੀਜ਼ ਫॉर ਐਗਜ਼ਾਮਪਲ ਮੈਂ ਇੱਕ ਨਾਈਫ ਸਪਿਨ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਸੀਗੀ। ਸੋ ਮੈਂ ਨਾਈਫ ਨਾਲ ਜਦੋਂ ਖੇਡ ਰਿਹਾ ਸੀ ਤਾਂ ਖੇਡਦੇ ਵਾਟ ਹੈਪਨਡ ਇਜ਼ ਇਟ ਵੈਂਟ ਇਨਟੂ ਮਾਈ ਹੈਂਡ। ਮੇਰੇ ਇੱਕ ਸ਼ੋਅ ਦੇ ਵਿੱਚ ਇੱਕ ਹੈਗਾ ਜਿਹਦੇ ਨਾਲ ਮੈਂ ਗਨਸ ਨਾਲ ਪਲੇ ਕਰਦਾ। ਸੋ ਵਟ ਯੂ ਨੋ ਰਸ਼ੀਅਨ ਰੂਲੈਟ ਕੀ ਹੁੰਦੀ ਹੈ? ਰਸ਼ੀਅਨ ਰੂਲੈਟ, ਯੂ ਪੁੱਟ ਅ ਬੁਲਟ ਇਨਟੂ ਅ ਗਨ, ਯੂ ਰੋਟੇਟ ਇਟ ਐਂਡ ਉਸ ਤੋਂ ਬਾਅਦ ਆਪਾਂ ਇੱਕ ਇੱਕ ਕਰਕੇ ਫਰੰਟ ਤੇ ਬੈਕ ਤੇ ਸ਼ੂਟ ਕਰਦੇ ਹਾਂ। ਸੋ ਇਟ ਕੈਨ ਬੀ ਪੋਸੀਬਲ ਉਹ ਗਨ ਕਿਤੇ ਵੀ ਸ਼ੂਟ ਕਰ ਸਕਦੀ ਹੈ। It has happened in India ਵੀ ਮੈਂ ਰਸ਼ੀਅਨ ਰੂਲੈਟ ਖੇਡਿਆ ਸੀ ਐਂਡ ਆਈ ਇਨਫਲੂਐਂਸਡ ਅ ਪਰਸਨ। ਮੈਂ ਉਹਨੂੰ ਇਨਫਲੂਐਂਸ ਕੀਤਾ ਵੀ ਉਹੀ 5 ਸਲੋਟਸ ਸ਼ੂਟ ਕਰੇ ਜਿਹਦੇ ਵਿੱਚ ਬੁਲਟ ਨਹੀਂ ਸੀ। Oh my God, that's so dangerous. That ਫਿਰ ਮੈਨੂੰ ਬਹੁਤ obviously ਕਿਤੇ ਨਾ ਕਿਤੇ ਗੱਲ ਮੇਰੇ ਘਰ 'ਚ ਪਹੁੰਚ ਗਈ, ਬਹੁਤ ਗਾਲਾਂ ਪਈਆਂ, ਪਰ eventually ਫਿਰ ਉਸ ਤੋਂ ਬਾਅਦ ਮੈਂ ਨਹੀਂ ਕੀਤਾ ਉੱਦਾਂ ਦਾ ਕੁਝ। ਬਟ ਯਾ ਦਿਸ ਹੈਜ਼ ਹੈਪਨਡ ਐਜ਼ ਵੈਲ। ਉਸ ਤੋਂ ਬਾਅਦ ਫਿਰ ਮੈਂ ਗਨਸ ਨੂੰ ਰਿਪਲੇਸ ਕੀਤਾ ਸਟੇਪਲ ਗਨਸ ਨਾਲ। ਡੂ ਯੂ ਨੋ ਸਟੇਪਲ ਗਨਸ, ਜਿਹਦੇ ਨਾਲ ਆਪਾਂ ਵੁੱਡ ਦੇ ਵਿੱਚ ਨਾਰਮਲੀ ਸਟੇਪਲ ਕਰਦੇ ਹਾਂ। ਸੋ ਉਹ ਬਹੁਤ ਹੀ ਸਪੀਡ ਦੇ ਨਾਲ ਸਟੇਪਲ ਗਨਸ ਜਿਹੜੇ ਸਟੇਪਲ ਸ਼ੂਟ ਕਰਦੇ ਇਟ ਕੈਨ ਬੀ ਡੇਂਜਰਸ। ਹਾਂਜੀ, ਯਾ। ਸੋ ਮੈਂ ਰਾਈਟ ਨਾਓ
6 ਸਟੇਪਲ ਗਨਸ ਲੈਣਾ ਨਾਰਮਲੀ ਆਪਦੇ ਸ਼ੋਅ ਦੇ ਵਿੱਚ, ਤੇ ਮੈਂ ਲੋਕਾਂ ਨੂੰ ਇਨਫਲੂਐਂਸ ਕਰਦਾ ਵੀ ਉਹ ਸਟੇਪਲ ਗਨਸ ਰੱਖਦੇ ਕਿਤੇ ਵੀ, ਲਾਈਕ ਔਨ ਮਾਈ ਨੈਕ, ਔਨ ਮਾਈ ਚੈਸਟ, ਔਨ ਮਾਈ ਬੈਕ ਆਫ ਮਾਈ ਹੈਂਡ, ਸਮਥਿੰਗ ਲਾਈਕ ਦੈਟ। ਤੇ ਇਹ ਐਕਸਕਲੂਸਿਵਲੀ ਸ਼ੋਅਸ ਤੇ ਹੀ ਹੁੰਦਾ ਕਿਉਂਕਿ ਮੈਂ ਵਾਰੀ ਇਹ ਟ੍ਰਿਕਸ ਨੂੰ ਕਰਨਾ ਨਹੀਂ ਚਾਹੁੰਦਾ, ਰਾਈਟ। ਸੋ ਉਹ ਪਿਕ ਕਰਦੇ ਆ ਕੋਈ ਵੀ, ਤੇ ਮੈਂ ਉਹਨਾਂ ਨੂੰ ਇਨਫਲੂਐਂਸ ਕਰਦਾ ਵੀ ਉਹ ਗਲਤ ਪਿਕ ਕਰਨ ਜਿਹਦੇ ਵਿੱਚ ਸਟੇਪਲਸ ਹੈ ਨਹੀਂ, ਤੇ ਇੱਕ ਲੋਡਡ ਹੁੰਦਾ ਜਿਹਦੇ ਵਿੱਚ ਸਟੇਪਲਸ ਹੁੰਦੀਆਂ। ਸੋ ਮੈਂ ਗਨਸ ਨੂੰ ਸਟੇਪਲ ਗਨਸ ਨਾਲ ਰਿਪਲੇਸ ਕਰਦਾ। ਆਲਸੋ ਤੁਸੀਂ ਟਰੈਵਲ ਨਹੀਂ ਕਰ ਸਕਦੇ ਫਲਾਈਟ ਵਿੱਚ, ਤੁਹਾਨੂੰ ਇੰਨੀਆਂ ਗਨਸ ਲੈ ਕੇ ਜਾਣ ਨਹੀਂ ਦੇਣਗੇ। ਸੋ ਦੈਟ ਇਜ਼ ਵਾਈ। ਸੋ ਤੁਸੀਂ ਚੁਟਕੀ ਮਾਰ ਕੇ ਵੀ ਮੈਜਿਕ ਕਰਦੇ ਹੋ? ਚੁਟਕੀ ਮਾਰਿਆ ਕੰਮ ਹੋ ਗਏ। ਜੇ ਕਦੇ ਇਹੋ ਜਿਹਾ ਸਿੱਖਿਆ ਤਾਂ ਜ਼ਰੂਰ ਮੈਨੂੰ ਸਿਖਾਇਓ ਕਿ ਮੈਂ ਚੁਟਕੀ ਮਾਰਾਂ ਤੇ ਘਰ ਦੀ ਕਿਚਨ ਸਾਫ਼, ਕੁਕਿੰਗ। ਓ ਮਾਈ ਗॉड, ਮੇਰੀ ਮਮ ਮੈਨੂੰ ਇਸ ਚੀਜ਼ ਵਿੱਚ ਕਈ ਵਿੱਚ ਬਹੁਤ ਤਾਨੇ ਦਿੰਦੇ। ਮਮ ਕਹਿੰਦੇ ਵੀ ਨਹੀਂ ਪੁੱਤ ਉੱਤੇ ਤਾਂ ਤੂੰ ਮੈਜਿਕ ਕਰ ਲੈ ਨਾ। ਹਾਂ, ਉਹ ਕਹਿੰਦੇ ਤਾਂ ਮੰਨੂ ਤੈਨੂੰ ਉਹ ਪਿਆ ਸਾਗ, ਤੇ ਜੇ ਉਹ ਤੂੰ ਨਹੀਂ ਬਣਾਇਆ ਤਾਂ ਤੇਰਾ ਮੈਜਿਕ ਮੇਰਾ ਕਿਸੇ ਕੰਮ ਦਾ ਨਹੀਂ ਫਿਰ। ਬਟ ਯਾਰ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ, ਮੇਰੀ ਮਮ ਪਹਿਲਾਂ ਬਿਲਕੁਲ ਐਗਰੀ ਨਹੀਂ ਕਰਦੇ ਸੀ। ਮੇਰੀ ਮਮ ਐਗਰੀ ਬਹੁਤ ਹੀ ਲੇਟ ਕਰਨ ਲੱਗਿਆ, ਪਰ ਮੇਰੇ ਫਾਦਰ ਨੇ ਮੈਨੂੰ ਇੰਨਾ ਫਾਈਨੈਂਸ਼ੀਅਲੀ ਇੰਨਾ ਜ਼ਿਆਦਾ ਸਪੋਰਟ ਕੀਤਾ ਮੈਜਿਕ ਦੇ ਵਿੱਚ। ਮੈਜਿਕ, ਐਂਡ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ। ਆਮ ਨਾਟ ਲਾਈਕ ਕਿ ਹਾਂ 25-30 ਹਜ਼ਾਰ ਦਾ ਸਮਾਨ ਅਸੀਂ ਏਦਾਂ ਨਹੀਂ ਖਰੀਦ ਸਕਦੇ ਸੀਗੇ ਉਸ ਟਾਈਮ ਦੇ ਉੱਤੇ। ਤੇ ਮੇਰੇ ਫਾਦਰ ਨੇ ਫਿਰ ਵੀ ਆਈ ਡੋਂਟ ਨੋ ਕਿੱਦਾਂ ਪੈਸਾ ਵਗੈਰਾ ਇਕੱਠਾ ਕਰਕੇ ਤੇ ਮੈਨੂੰ ਉਹ ਸਾਰਾ ਸਮਾਨ ਦਵਾਇਆ। ਮੈਂ ਫਿਰ ਪ੍ਰੈਕਟਿਸ ਕੀਤਾ ਐਂਡ ਮੈਂ ਅੱਜ ਤੱਕ ਪਹੁੰਚਿਆ। ਸੋ ਮੇਰੇ ਫਾਦਰ ਨੇ ਬਿਗਨਿੰਗ ਤੋਂ ਸਪੋਰਟ ਕੀਤੀ ਹੈ, ਬਟ ਮੇਰੀ ਮਦਰ ਵਾਸ ਲਾਈਕ, ਜਿਵੇਂ ਕਿ ਮੈਂ ਜੰਮੂ's ਗॉट ਟੈਲੈਂਟ ਵਾਸਤੇ ਜਾ ਰਿਹਾ ਸੀ, ਮਮ ਕਹਿੰਦੇ ਨਹੀਂ ਪੁੱਤ ਨਹੀਂ ਪੁੱਤ ਨਹੀਂ। ਪਰ ਮੈਂ ਘਰੋਂ ਇੱਕ ਵਾਰੀ ਲੜ ਕੇ ਗਿਆ, ਜਦੋਂ ਮੈਂ ਜਿੱਤ ਕੇ ਵਾਪਸ ਆਇਆ ਤਾਂ ਫਿਰ ਮੇਰੀ ਮਮ ਵਾਸ ਲਾਈਕ, ਉਸ ਤੋਂ ਬਾਅਦ ਫਿਰ ਮਮ ਸਪੋਰਟ ਕਰ ਰਹੀ। ਸੋ ਤੁਸੀਂ ਇੰਡੀਆਜ਼ ਗॉट ਟੈਲੈਂਟ ਸੀਜ਼ਨ 8 ਦੇ ਵਿੱਚ ਵੀ ਤੁਸੀਂ ਪਾਰਟਿਸਿਪੇਟ ਕੀਤਾ ਸੀ, ਉੱਥੇ ਪਰਫਾਰਮ ਕੀਤਾ ਸੀ? ਬਿਲਕੁਲ ਮੈਮ, ਐਬਸੋਲੂਟਲੀ। ਮੈਂ ਉੱਥੇ ਵੀ ਕੁਝ ਰੂਟੀਨਸ ਕੀਤੇ ਸੀਗੇ, ਬਟ ਆਈ ਜਸਟ ਵੈਂਟ ਫॉर ਵਨ ਪਰਫਾਰਮੈਂਸ। ਮਤਲਬ ਵੀ ਮੈਂ ਸਿਲੈਕਟ ਵੀ ਹੋ ਗਿਆ ਸੀਗਾ, ਬਟ ਡਿਊ ਟੂ ਸਮ ਰੀਜ਼ਨਸ ਮੈਂ ਉਸ ਤੋਂ ਅਗਲਾ ਪਰਫਾਰਮ ਹੀ ਨਹੀਂ ਕੀਤਾ। ਇਟ ਵਾਸ ਕਾਈਂਡ ਆਫ ਮਾਈ ਚੋਇਸ। ਪਰ ਹਾਂ ਵੀ ਪਹਿਲਾਂ ਉੱਥੇ ਮੈਂ ਗਿਆ ਤੇ ਉੱਥੇ ਕਰਨ ਜੋਹਰ, ਕਿਰਨ ਖੇਰ ਐਂਡ ਮਲਾਈਕਾ ਅਰੋੜਾ, ਉਹਨਾਂ ਤਿੰਨਾਂ ਨੇ ਮੈਨੂੰ ਯੈਸਸ ਦਿੱਤੀਆਂ, ਬਟ ਉਸ ਤੋਂ ਅਗਲਾ ਮੈਂ ਖੁਦ ਹੀ ਨਹੀਂ ਪਰਫਾਰਮ ਕੀਤਾ ਸੀ ਉੱਥੇ। ਓਕੇ, ਸੋ ਅਗਲਾ ਮੈਜਿਕ ਟ੍ਰਿਕ ਆਪਾਂ ਕਿਹੜਾ ਕਰਨ ਲੱਗਿਆ? ਅਗਲਾ ਮੈਜਿਕ ਟ੍ਰਿਕ, ਸੋ ਲੈਟਸ ਟਰਾਈ ਦਿਸ, ਯੂ ਨੋ, ਲੈਟਸ ਟਰਾਈ ਦਿਸ। ਮੈਂ ਇੱਥੇ ਮੇਰੇ ਕੋਲ ਨਾ ਇੱਕ ਪ੍ਰੈਡਿਕਸ਼ਨ ਆ। ਹੁਣ ਮੈਂ ਤੁਹਾਨੂੰ ਦਿਖਾਈ ਮਾਈਂਡ ਰੀਡਿੰਗ, ਜਿਹਦੇ ਵਿੱਚ ਤੁਹਾਡੇ ਕੋਲ ਇੱਕ ਚੀਜ਼ ਹੁੰਦੀ ਹੈ ਦਿਮਾਗ ਦੇ ਵਿੱਚ, ਤੇ ਉਹਨੂੰ ਮੈਂ ਆਪਦੇ ਕੋਲ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ। ਦਿਸ ਇਜ਼ ਕਾਲਡ ਕਾਈਂਡ ਆਫ ਮਾਈਂਡ ਰੀਡਿੰਗ, ਹੈ ਨਾ, ਬਿਹੇਵੀਅਰ ਰੀਡਿੰਗ। ਹੁਣ ਰਾਈਟ ਨਾਓ ਇੱਥੇ ਮੇਰੇ ਕੋਲ ਕੁਛ ਹੈ ਤੇ ਇਹ ਮੈਂ ਤੁਹਾਡੇ ਤੱਕ ਭੇਜਣ ਦੀ ਕੋਸ਼ਿਸ਼ ਕਰਨੀ ਹੈ। ਇਹ ਐਟ ਦਾ ਪੁਆਇੰਟ ਮੈਂ ਕਿਸੇ ਹਿਸਾਬ ਨਾਲ ਵੀ ਤੁਹਾਨੂੰ ਦਿਖਾਉਂਗਾ ਨਹੀਂ ਵੀ ਇਹਦੇ ਵਿੱਚ ਕੀ ਲਿਖਿਆ ਹੈ ਕੀ। ਸੋ ਇਜ਼ ਦਿਸ ਦ ਥਿੰਗ ਦੈਟ ਯੂ ਆਰ ਟਾਕਿੰਗ ਅਬਾਊਟ, ਜਿਹਦੇ ਕਰਕੇ ਸਾਰੇ? ਨਹੀਂ ਉਹਨਾਂ ਇਸ ਲਈ ਅਜੇ ਆਉਣ ਦੀ ਲੋੜ ਨਹੀਂ, ਪਰ ਇਸ ਤੋਂ ਜਿਹੜੀ ਨੈਕਸਟ ਟ੍ਰਿਕ ਹੈਗੀ ਹੈ, ਨੈਕਸਟ ਟ੍ਰਿਕ ਲਈ ਜ਼ਰੂਰ ਰੈਡ ਐਫਐਮ ਵੈਂਕੂਵਰ ਫੇਸਬੁੱਕ ਤੇ ਲਾਈਵ ਦੇਖਿਓ। ਐਬਸੋਲੂਟਲੀ। ਓਕੇ, ਸੋ ਮੈਮ ਇਟਸ ਰੀਲੀ ਸਿੰਪਲ। ਕੀ ਆਪਾਂ ਇਸ ਤੋਂ ਬਾਅਦ ਆਪਾਂ ਇੱਕ ਕਾਲਰ ਐਡ ਕਰ ਸਕਦੇ ਹਾਂ ਇਸ ਟ੍ਰਿਕ ਦੇ ਵਾਸਤੇ? ਸ਼ੋਰ, ਹਾਂਜੀ ਜ਼ਰੂਰ। ਸੋ ਆਪਾਂ ਸਭ ਤੋਂ ਪਹਿਲਾਂ ਮੈਂ ਬਿਗਨਿੰਗ ਵਿੱਚ ਆਪਣੇ ਸਾਰੇ ਜੋ ਵੀ ਸੁਣ ਰਹੇ ਆ ਮੈਂ ਉਹਨਾਂ ਨੂੰ ਸਮਝਾਉਂਗਾ ਵੀ ਇਹ ਟ੍ਰਿਕ ਕੀ ਆ। ਮੈਂ ਇੱਕ ਕੈਲਕੂਲੇਟਰ ਖੋਲੂਗਾ। ਮੈਮ ਡੂ ਯੂ ਮਾਈਂਡ ਮੈਂ ਤੁਹਾਡਾ ਫੋਨ ਬੋਰੋ ਕਰ ਸਕਦਾ ਇਫ ਯੂ ਡੋਂਟ ਮਾਈਂਡ? ਇਸ ਲਈ ਇਥੋਂ ਦੀ ਮੈਨੂੰ ਥੋੜਾ ਇਸ਼ੂ ਆਊਗਾ। ਪਾਸਵਰਡ ਲਾ ਕੇ ਖੋਲ ਕੇ? ਯਾ ਖੋਲ ਕੇ ਰਾਈਟ। ਸੋ ਵੈਰੀ ਸਿੰਪਲ, what we will do, ਮੈਂ ਆਪਦਾ ਫੋਨ ਇਸ ਲਈ ਨਹੀਂ ਯੂਜ਼ ਕਰਦਾ ਕਿਉਂਕਿ ਬਹੁਤ ਲੋਕਾਂ ਨੂੰ ਬਹੁਤ ਚੀਜ਼ਾਂ ਪਿੱਛੇ ਸ਼ੱਕ ਹੁੰਦਾ। ਸੋ what we will do, ਆਪਾਂ ਤੁਹਾਡੇ ਫੋਨ ਦੇ ਵਿੱਚ ਸਿੰਪਲ ਕੈਲਕੂਲੇਟਰ ਖੋਲਦੇ ਹਾਂ ਇੱਥੇ, ਐਂਡ ਆਪਾਂ ਮੈਂ ਪਹਿਲਾਂ 1-2 ਕੁਐਸਚਨਸ ਤੁਹਾਡੇ ਤੋਂ ਪੁੱਛੂੰਗਾ, ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਤੋਂ ਕੁਐਸਚਨ ਪੁੱਛਣ ਤੋਂ ਬਾਅਦ ਫਿਰ ਆਪਾਂ ਕੁਝ ਲੋਕਾਂ ਨੂੰ ਐਡ ਕਰਾਂਗੇ। ਹੁਣ ਮੈਨੂੰ ਮੈਥ ਦਾ ਸਵਾਲ ਦਾ ਜਵਾਬ ਦੇਣਾ ਪੈਣਾ? ਮਲਟੀਪਲੀਕੇਸ਼ਨ ਤੁਹਾਡਾ ਸਾਰਾ ਮੈਥ, ਤੇ ਇਸ ਲਈ ਆਪਾਂ ਕੈਲਕੂਲੇਟਰ ਖਰਾਇਆ ਵੀ ਸਾਰਾ ਕੈਲਕੂਲੇਟ ਕਰੂਗਾ, ਰਾਈਟ? ਦੈਟਸ ਵਾਈ। ਓਕੇ ਗੁੱਡ। ਤੇ ਆਪਾਂ ਇਹਨੂੰ ਕਰ ਦਿੰਦੇ ਕਲੀਅਰ। ਮੈਮ ਸਿੰਪਲ, ਰਾਈਟ ਨਾਓ ਇੱਥੇ ਮੇਰੇ ਕੋਲ ਕੈਲਕੂਲੇਟਰ ਹੈ। ਜਦੋਂ ਤੁਸੀਂ ਕੈਨੇਡਾ ਆਏ ਤੁਹਾਡੀ ਏਜ ਕਿੰਨੀ ਸੀ? ਜਦੋਂ ਮੈਂ ਕੈਨੇਡਾ ਆਈ? ਇਹ ਤਾਂ ਬਹੁਤ ਗਲਤ ਸਵਾਲ ਪੁੱਛ ਰਹੇ ਹੋ ਤੁਸੀਂ। ਮਤਲਬ ਇਟਸ ਓਕੇ, ਏਜ ਨਾਲ ਰਿਲੇਟਡ ਆਪਾਂ ਏਜ ਬਾਰੇ ਨਹੀਂ ਪੁੱਛਦੇ। ਅੱਛਾ ਚਲੋ, ਵੈਨ ਯੂ ਵਰ ਇਨ ਇੰਡੀਆ ਮੇਬੀ, ਹਨਾ, ਸਮ ਟਾਈਮ, ਕੀ ਕੋਈ ਇਦਾਂ ਦਾ ਘਰ ਦਾ ਨੰਬਰ ਹੈਗਾ ਜੋ ਤੁਹਾਨੂੰ ਯਾਦ ਹੈ? ਲਾਈਕ ਫॉर ਐਗਜ਼ਾਮਪਲ ਮੇਰੇ ਘਰ ਦਾ ਨੰਬਰ ਸੀਗਾ 167। ਹਾਂਜੀ, ਯਾਦ ਹੈ ਤੁਹਾਨੂੰ? ਓਕੇ, ਵਾਟ ਇਜ਼ ਦ ਨੰਬਰ? ਬੋਲ ਕੇ ਦੱਸਾਂ? 2633 2633 ਮਲਟੀਪਲਾਈ। ਹੁਣ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਦਾ ਤੇ ਇਸ ਤੋਂ ਬਾਅਦ ਆਪਾਂ ਕਾਲਰ ਨੂੰ ਐਡ ਕਰਾਂਗੇ। ਬਾਕੀ ਜੇ ਸਾਰੇ ਕੁਐਸਚਨਸ ਆਪਾਂ ਕਾਲਰ ਤੋਂ ਪੁੱਛਾਂਗੇ। ਸਿੰਪਲ। ਓਕੇ, ਸੋ ਪਹਿਲਾ ਫੋਨ ਨੰਬਰ ਦੱਸਦਾ 6045919311 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਹਾਂਜੀ। ਓਕੇ, ਸੋ ਹੁਣ ਸੈਕੰਡ ਜਿਹੜਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਛ ਰਿਹਾ, ਤੁਸੀਂ ਮੈਨੂੰ ਇਨਫਲੂਐਂਸ ਨਹੀਂ ਕਰਨ ਦੇਣਾ ਤੁਹਾਨੂੰ। 1 ਤੋਂ ਲੈ ਕੇ 100 ਦੇ ਵਿੱਚ ਕੋਈ ਮੈਜਿਕ ਨੰਬਰ ਬੋਲੋ ਜੋ ਵੀ ਤੁਹਾਡਾ ਦਿਲ ਕਰ ਰਿਹਾ। ਬੋਲਾਂ? 3 ਮਲਟੀਪਲਾਈ। ਮੈਂ ਤੁਹਾਡੇ ਵੱਲ ਹੀ ਕਰ ਰਿਹਾ, ਠੀਕ ਹੈ, ਫੋਨ ਨੂੰ। ਹੁਣ ਆਪਾਂ ਕਿਸੇ ਕਾਲਰ ਨੂੰ ਐਡ ਕਰਦੇ ਹਾਂ। ਲੈਟਸ ਟਾਕ ਟੂ ਦ ਕਾਲਰ, ਲੈਟਸ ਟਰਾਈ ਵੀ ਆਪਾਂ ਉਹਨਾਂ ਤੋਂ ਕੁਝ ਨੰਬਰਸ ਵਗੈਰਾ ਕਢਾ ਸਕਦੇ ਹਾਂ ਜੀ। ਹੈਲੋ
ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ ਜੀ? ਹੈਲੋ ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਹੈਲੋ, ਤੁਸੀਂ ਰੈਡ FM ਤੇ ਕਾਲ ਕੀਤਾ ਜੀ? ਆਪਾਂ ਨੈਕਸਟ ਕਾਲਰ ਲੈਣੇ ਆ। ਓਕੇ, ਹੈਲੋ ਰੈਡ FM। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਮੈਜਿਕ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਕਾਲ ਕੀਤੀ ਹੈ, ਰਾਈਟ? ਹਾਂਜੀ ਹਾਂਜੀ। ਹੈਲੋ, ਹਾਂਜੀ। ਸੋ ਵੀਰੇ, ਡੂ ਯੂ ਮਾਈਂਡ ਮੈਂ ਤੁਹਾਨੂੰ ਇੱਕ ਦੋ ਕੁਐਸਚਨਸ ਪੁੱਛ ਸਕਦਾ ਜਸਟ ਫॉर द ਟਰੈਕ? ਨਾਟ ਅ ਪ੍ਰੋਬਲਮ। ਓਕੇ, ਸੋ ਲੈਟਸ ਟਰਾਈ ਦਿਸ। ਤੁਸੀਂ ਮੈਨੂੰ ਦੱਸ ਸਕਦੇ ਹੋ ਕੋਈ 1 ਤੋਂ ਲੈ ਕੇ 100 ਦੇ ਵਿੱਚ ਕੋਈ ਮਰਜ਼ੀ ਇੱਕ 2 ਡਿਜਿਟ ਨੰਬਰ, ਲਾਈਕ ਮੈਕਸਿਮਮ ਟੂ 99 ਐਂਡ ਸਟਾਰਟਿੰਗ ਫਰੋਮ 10, ਕੋਈ ਵੀ ਇੱਕ 2 ਡਿਜਿਟ ਨੰਬਰ। ਮੈਕਸਿਮਮ ਟੂ 99, ਸ਼ੋਰ, ਯੈਸ। ਯਾ ਬੋਲੋ, ਜੋ ਵੀ ਤੁਹਾਡਾ ਨੰਬਰ ਤੁਹਾਡੇ ਦਿਮਾਗ 'ਚ ਹੈਗਾ, ਪਲੀਜ਼ ਬੋਲੋ। 51 51 51 ਓਕੇ, ਸੋ ਦ ਥਿੰਗ ਇਜ਼ ਆਪਾਂ ਪਹਿਲਾਂ ਕਦੇ ਕੁਝ ਫਿਕਸ ਨਹੀਂ ਕੀਤਾ। ਇਹ ਕਾਲਰ ਓਬਵੀਅਸਲੀ ਮੈਂ ਐਡ ਨਹੀਂ ਕਰਵਾਇਆ ਐਂਡ देयर इज नो ਵੇ ਮੈਂ ਚੂਜ਼ ਕਰ ਸਕਦਾ ਵੀ ਤੁਸੀਂ ਕੀ ਨੰਬਰ ਸੋਚ ਰਹੇ ਹੋ। ਤੁਹਾਡਾ ਆਈ ਥਿੰਕ ਦਿਖ ਨਹੀਂ ਰਿਹਾ। ਹੈਲੋ, ਹਾਂਜੀ। ਸੋ ਲੈਟਸ ਟਰਾਈ ਦਿਸ। ਇੱਕ ਹੋਰ ਚੀਜ਼, ਕੀ ਰਾਈਟ ਨਾਓ ਤੁਹਾਡੇ ਕੋਲ ਇਦਾਂ ਦੀ ਕੋਈ ਕਾਰ ਜਾਂ ਬਾਈਕ ਹੈਗੀ ਆ, ਜਾਂ ਫਿਰ ਇੰਡੀਆ ਦੇ ਵਿੱਚ ਮੇ ਵੀ ਤੁਹਾਡੇ ਕੋਲ ਕਾਰ ਜਾਂ ਬਾਈਕ ਜਾਂ ਐਨੀਥਿੰਗ ਲਾਈਕ ਦੈਟ ਜਿਹਦਾ ਕੋਈ ਨੰਬਰ ਪਲੇਟ ਦੇ ਉੱਤੇ 3 ਜਾਂ 4 ਡਿਜਿਟ ਨੰਬਰ ਲਿਖੇ ਹੋਣ? ਇਜ਼ देयर ਸਮਥਿੰਗ ਲਾਈਕ ਦੈਟ? ਨੰਬਰ, ਹਾਂਜੀ, ਯਾ। ਸੋ ਵਟਐਵਰ ਦ ਨੰਬਰ ਇਜ਼, ਪਲੀਜ਼ ਉਹ ਵੀ ਤੁਸੀਂ ਇੱਕ ਵਾਰੀ ਦੱਸ ਦਿਓ। 248 X, ਯਾ, X। No, it's okay. ਬਸ ਆਪਾਂ ਨੂੰ ਨੰਬਰ ਹੀ ਚਾਹੀਦੇ ਸੀਗੇ, ਤਾਂ 3 digits are enough. So it's really simple. ਆਪਣੇ ਕੋਲ ਮੈਂ ਇੰਨੇ ਸਾਰੇ ਰਾਈਟ ਨਾਓ ਨੰਬਰ ਸੀਗੇ ਐਂਡ ਆਈ ਵਿਲ ਜਸਟ ਹਿਟ ਇਕੁਅਲਸ ਜਸਟ ਲਾਈਕ ਦਿਸ ਐਂਡ ਆਪਣੇ ਕੋਲ ਇੱਕ ਕਾਫੀ ਵੱਡਾ ਨੰਬਰ ਆ ਜਾਂਦਾ ਰਾਈਟ ਹਿਅਰ। ਹਾਂਜੀ, I'll give you your phone back just like this. Look. ਰਾਈਟ ਨਾਓ ਇੱਕ ਆਪਣੇ ਕੋਲ ਕਾਫੀ ਵੱਡਾ ਨੰਬਰ ਹੈ ਜਿਹੜਾ ਕਿ 2 ਡਿਜਿਟ ਨੰਬਰ ਆਪਾਂ ਨੂੰ ਆਪਣੇ ਕਾਲਰ ਨੇ ਰਾਈਟ ਨਾਓ ਦਿੱਤੇ ਆ, ਮਤਲਬ 2 ਨੰਬਰਸ ਆਪਾਂ ਨੂੰ ਦਿੱਤੇ ਤੇ 2 ਨੰਬਰਸ ਤੁਸੀਂ ਦਿੱਤੇ ਸੀ। ਦਿਸ ਨੋ ਵੇ ਮੈਂ ਤੁਹਾਨੂੰ ਇਨਫਲੂਐਂਸ ਕਰ ਸਕਾਂ ਕਿਸੇ ਹਿਸਾਬ ਨਾਲ ਵੀ, ਰਾਈਟ? ਨੋ। ਜੋ ਵੀ ਨੰਬਰ ਸੀਗੇ ਮੈਮ, ਉਹਨਾਂ ਨੇ ਫਾਈਨਲੀ ਆਪਾਂ ਨੂੰ ਇਹ ਨੰਬਰ ਦਿੱਤੇ ਆ ਫॉर द ਫਰਸਟ ਟਾਈਮ ਐਵਰ। ਪਲੀਜ਼ ਤੁਸੀਂ ਆਡੀਅנס ਨੂੰ ਬੋਲ ਕੇ ਦੱਸ ਸਕਦੇ ਹੋ ਵੀ ਕਿਹੜੇ ਨੰਬਰਸ ਆਪਣੇ ਕੋਲ ਫਾਈਨਲ ਆਏ ਆ ਰਾਈਟ ਨਾਓ? ਯਾ, ਇਟਸ 41810321 0321 Will that be crazy ਜੇ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਤੁਸੀਂ ਸਾਰੇ ਨੰਬਰਸ ਬੋਲੇ ਰਾਈਟ ਨਾਓ ਇਹ ਆਲਰੇਡੀ ਮੈਂ ਪੇਪਰ ਤੇ ਲਿਖੇ ਹੋਏ ਸੀ ਜਦੋਂ ਮੈਂ ਘਰੋਂ ਨਿਕਲਿਆ ਸੀ। ਇਹ ਕਿਵੇਂ ਹੋ ਸਕਦਾ? even better ਆਪਾਂ ਜੇ ਐਟ ਦਾ ਪੁਆਇੰਟ ਕੋਈ ਵੀ ਘਰੇ ਬੈਠੇ ਨੇ ਤਾਂ ਮੈਂ ਉਹਨਾਂ ਨੂੰ ਟਰਾਈ ਕਰੂੰਗਾ ਵੀ ਜੇ ਤੁਸੀਂ ਫੇਸਬੁੱਕ ਤੇ ਰਾਈਟ ਨਾਓ ਲਾਈਵ ਆ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਵੀ ਐਟ ਦਾ ਪੁਆਇੰਟ ਪੇਪਰ ਮੈਂ ਅਜੇ ਤੱਕ ਅਨਲੌਕ ਨਹੀਂ ਕੀਤਾ, ਮੈਂ ਖੋਲਿਆ ਨਹੀਂ ਰਾਈਟ ਨਾਓ ਤੇ ਪੇਪਰ ਫਰੋਮ ਦ ਬਿਗਨਿੰਗ ਟੇਬਲ ਤੇ ਸੀ। ਮੈਂ ਦੇਖ ਰਹੀ ਹਾਂ, ਹਾਂਜੀ, ਤੁਹਾਨੂੰ ਫੇਸਬੁੱਕ ਦੇ ਉੱਤੇ ਇੱਕ ਸਾਈਡ ਤੋਂ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ, ਆਮ ਕਾਲਿੰਗ ਫਰਮ ਕਮਲ ਦ ਡੇ ਸਪਾ। ਓ ਥੈਂਕ ਯੂ ਜੀ। ਐਂਡ ਤੁਹਾਡਾ ਨਾਮ? ਕਮਲ। Okay ji. Okay, so Kamal, let's try this. If you are looking right here, मैं right now camera ਨੂੰ ਸਾਹਮਣੇ ਇੱਕ ਪੇਪਰ ਦਿਖਾਉਂਦਾ। Yes, you are. You will look, ਮੈਂ from the beginning ਇੱਥੇ ਇੱਕ ਚੀਜ਼ ਲਿਖੀ ਸੀ। Oh my God. 810321. That's crazy. Or even better. Oh my God. Kamal, ਆਪਾਂ ਪਹਿਲਾਂ ਤੋਂ ਕਿਤੇ ਗੱਲ ਨਹੀਂ ਕੀਤੀ ਰਾਈਟ? ਇਹ ਰੈਂਡਮ ਨੰਬਰ ਸੀਗੇ ਜਿਹੜੇ ਤੁਸੀਂ ਖੁਦ ਬੋਲੇ ਐਂਡ ਇਵਨ ਹਰਮਨ ਆਪਾਂ ਪਹਿਲਾਂ ਤੋਂ ਕਿਤੇ ਗੱਲ ਨਹੀਂ ਕੀਤੀ। So thank you Kamal for joining. Thanks a lot for joining. So let's try something else with this. Thank you so much Kamal ji for joining us. You're welcome ji. Thank you. I would love to meet him one day. Yeah, for sure. Okay ji, thank you. But ਤੁਹਾਨੂੰ ਦੋਵਾਂ ਨੂੰ ਕਿਸੇ ਹਿਸਾਬ ਨਾਲ ਇਦਾਂ ਇਨਫਲੂਐਂਸ ਨਹੀਂ ਲੱਗਿਆ ਵੀ ਮੈਂ ਤੁਹਾਨੂੰ ਕਿਸੇ ਹਿਸਾਬ ਨਾਲ ਵੀ ਕੀਤਾ? No way. ਇਹ ਨੰਬਰ ਤੁਹਾਨੂੰ ਪਤਾ ਹੋ ਹੀ ਨਹੀਂ ਸਕਦਾ। But the thing is, ਤੁਹਾਨੂੰ ਪਤਾ ਇਹ ਮੇਰੀ ਹੈਂਡਰਾਈਟਿੰਗ ਐਡੀ ਗੰਦੀ ਕਿਉਂ ਹੈ? Because what happened is ਮੇਰੇ ਘਰ ਵਿੱਚ ਇੱਕਦਮ 2 ਚੀਜ਼ਾਂ ਦਿਮਾਗ 'ਚ ਆਈਆਂ। ਪਹਿਲੀ ਚੀਜ਼ ਇਹ, ਸੈਕੰਡ ਇੱਕ ਹੋਰ ਪ੍ਰੈਡਿਕਸ਼ਨ ਹੈ ਜਿਹੜੀ ਕਿ ਮੈਂ ਸ਼ੋਅ ਦੇ ਐਂਡ ਤੇ ਦਿਖਾਉਣ ਲੱਗਿਆ ਲੋਕਾਂ ਨੂੰ। ਜਿਹੜੀ ਇਹ ਪ੍ਰੈਡਿਕਸ਼ਨ ਸੀ ਮੈਮ, ਮੇਰੇ ਦਿਮਾਗ 'ਚ ਆਈ ਤੇ ਮੈਂ ਅੱਖਾਂ ਬੰਦ ਕਰਕੇ ਪੇਪਰ ਤੇ ਜੋ ਵੀ ਕੁਝ ਮੇਰਾ ਲਿਖਣ ਦਾ ਮਨ ਕੀਤਾ ਮੈਂ ਲਿਖਤਾ। ਇਹ ਮੈਂ ਅੱਖਾਂ ਬੰਦ ਕਰਕੇ ਲਿਖੀ ਹੈ, that is why ਇਹ ਹੈਂਡਰਾਈਟਿੰਗ ਇਦਾਂ ਦੀ ਹੈ। Does this number mean something to you? 41810321? No. ਜੇ ਮੈਂ ਤੁਹਾਨੂੰ ਕਹਾਂ ਇਹ ਨੰਬਰ ਤੁਹਾਨੂੰ ਕੁਝ ਮੀਨ ਕਰਦਾ ਫਿਰ? That would be even more crazier, I would say. Crazier because Kamal ਨੂੰ ਵੀ ਨਹੀਂ ਪਤਾ ਸੀ, ਤੁਹਾਨੂੰ ਵੀ ਨਹੀਂ ਪਤਾ ਸੀ ਕਿ ਵੀ ਨੰਬਰ ਕੀ ਮੀਨ ਕਰਦਾ ਤੁਹਾਨੂੰ। If you will look 41810321, ਜੇ ਤੁਸੀਂ ਇਹਨੂੰ ਅਪਸਾਈਡ ਡਾਊਨ ਪੜ੍ਹਦੇ ਹੋ, this is actually REDFM, Red FM. Oh my God, yeah.
and this is exactly what I wanted you guys to Oh think my about. god. Red FM. Here you go, man. This is for you. Thank you, Anmol. Like, this is... I don't know what to say. You're awesome. Thank you, man. Thank you. But ਤੁਸੀਂ ਨੰਬਰਸ ਕਿਵੇਂ ਕੈਲਕੂਲੇਟ ਕੀਤੇ ਇਹ ਲਾਈਕ ਰੈਂਡਮ ਨੰਬਰਸ ਦੇ ਨਾਲ Just random as random as possible. ਜੋ ਵੀ ਤੁਸੀਂ ਸੋਚ ਰਹੇ ਸੀ, ਜੋ ਵੀ ਉਹ ਸੋਚ ਰਹੇ ਸੀ, as random as possible. But let me show you. ਅੱਛਾ ਚਲੋ ਆਪਾਂ ਆ ਰਹੇ ਹਾਂ ਜੇ at the point ਜਿੰਨੇ ਲੋਕ ਪਲੀਜ਼ ਤੁਸੀਂ ਜੁੜ ਸਕਦੇ ਹੋ ਫੇਸਬੁੱਕ ਦੇ ਨਾਲ as much as possible ਤੁਸੀਂ ਜੁੜੋ and let me show you the final track ਹਨਾ ਉਸ ਤੋਂ ਬਾਅਦ ਜੇ ਤੁਹਾਡੇ ਕੋਈ ਵੀ ਕੁਐਸਚਨਸ ਹੋਣਗੇ ਮੈਂ for sure ਉਹਨਾਂ ਨੂੰ ਵੀ ਆਨਸਰ ਕਰੂੰਗਾ but it's the flow. Let me try something else as well. ਰਾਈਟ ਨਾਓ ਮੈਂ ਕੈਮਰਾ ਨੂੰ ਚਾਹੂੰਗਾ ਵੀ ਪਲੀਜ਼ ਤੁਸੀਂ ਥੋੜਾ ਜ਼ੂਮ ਕਰੋ ਤਾਂ ਕਿ ਮੈਂ ਸਾਰਿਆਂ ਨੂੰ ਕਾਰਡਸ ਦਿਖਾ ਸਕਾਂ ਵੀ ਜਿਹੜੇ ਵੀ ਰਾਈਟ ਨਾਓ ਮੇਰੇ ਕੋਲ ਕਾਰਡਸ ਹੈਗੇ ਨੇ ਇਹ ਟੋਟਲੀ ਡਿਫਰੈਂਟ ਹੈ ਐਂਡ ਹਰਮਨ ਤੁਸੀਂ ਵੀ ਯੂ ਬਿਕਮ ਦ ਆਈਜ਼ ਆਫ ਦ ਆਡੀਅנס ਤੇ ਤੁਸੀਂ ਆਡੀਅנס ਨੂੰ ਦੱਸ ਸਕਦੇ ਹੋ ਸਾਰੇ ਕਾਰਡਸ ਡਿਫਰੈਂਟ ਨੇ ਕਿਸੇ ਕਾਰਡਸ ਦੇ ਵਿੱਚ ਕੋਈ ਰੈਪੀਟੀਸ਼ਨ ਨਹੀਂ ਹੈਗੀ ਨਥਿੰਗ ਲਾਈਕ ਦੈਟ ਮੇਬੀ ਜੋਕਰ ਹੋਣਗੇ ਦੋ ਦੈਟਸ ਇਟ ਨਥਿੰਗ ਐਲਸ ਠੀਕ ਹੈ ਇਹ ਕਾਰਡਸ ਮੈਂ ਕਾਸਕੋ ਤੋਂ ਖਰੀਦੇ ਆ ਦੇयर इज ਨਥਿੰਗ ਇਨ ਦ ਕਾਰਡਸ ਮੈਂ ਤੁਹਾਨੂੰ ਕਾਰਡਸ ਦਊਂਗਾ ਐਂਡ ਵਾਟ ਯੂ ਹੈਵ ਟੂ ਡੂ ਤੁਸੀਂ ਨਾ ਕਾਰਡਸ ਨੂੰ ਹੋਲਡ ਕਰੋ ਜਸਟ ਲਾਈਕ ਦਿਸ ਓਕੇ ਤੁਸੀਂ ਡੀਲਰਸ ਗ੍ਰਿਪ ਕੀ ਹੁੰਦੀ ਹੈ ਐਦਾਂ ਹੋਲਡ ਕਰਨਾ ਠੀਕ ਹੈ ਹੁਣ ਕੀ ਤੁਸੀਂ ਕਦੇ ਕਾਰਡਸ ਖੇਡੇ ਆ ਕਰੇ ਜਾਂ ਫਿਰ ਮੇਬੀ ਛੋਟੇ ਹੁੰਦੇ ਆ ਕਦੇ ਵੀ ਕਿਤੇ ਭਾਬੀ ਖੇਡੀ ਤੁਸੀਂ ਸੋ ਆਪਾਂ ਇਹ ਕਾਰਡਸ ਵੰਡਦੇ ਹੁੰਦੇ ਆ ਲੋਕਾਂ ਨੂੰ ਹਨਾ ਵੀ ਹਾਂ ਓਕੇ ਮੈਂ ਵੰਡੂਗੀ ਤੇ ਮੈਂ ਤੁਹਾਡੇ ਸਾਰਿਆਂ ਨੂੰ ਕਾਰਡਸ ਦਿੰਨੀ ਆ ਆਈ ਲਵ ਦੈਟ ਰਾਈਟ ਨਾਓ ਤੁਸੀਂ ਸਿਰਫ ਮੈਨੂੰ ਕਾਰਡਸ ਦੇ ਰਹੇ ਹੋ ਓਕੇ ਸਿਰਫ ਇੱਕ ਬੰਦਾ ਖੇਡ ਰਿਹਾ ਓਕੇ ਕਿਸੇ ਹਿਸਾਬ ਨਾਲ ਤੁਸੀਂ ਇਨਫਲੂਐਂਸ ਨਹੀਂ ਹੋਣਾ ਨਥਿੰਗ ਲਾਈਕ ਦੈਟ ਮੈਂ ਚਾਹਾਂ ਇੱਕ ਪੱਤਾ ਥੱਲੇ ਡੀਲ ਕਰੋ ਇਹ ਉਤਲਾ ਪੱਤਾ ਜਿਹੜਾ ਹੈਗਾ ਉਹਨੂੰ ਥੱਲੇ ਰੱਖੋ ਐਦਾਂ ਹੀ ਫਿਰ ਤੋਂ ਇੱਕ ਪੱਤਾ ਰੱਖੋ as much as possible ਮਤਲਬ ਵੀ ਤੁਸੀਂ ਬਸ ਟਰਾਈ ਕਰੋ ਜਿਹੜੇ ਤੁਸੀਂ ਥੱਲੇ ਡੀਲ ਕਰ ਰਹੇ ਹੋ ਨਾ ਉਹਨਾਂ ਨੂੰ ਸਕੁਅਰ ਡੀਲ ਕਰੋ ਤੁਸੀਂ ਹਨਾ ਤੇ ਉਸ ਤੋਂ ਬਾਅਦ ਤੁਸੀਂ 2-3 ਪੱਤੇ ਵੀ ਰੱਖ ਸਕਦੇ ਹੋ ਤੁਸੀਂ ਤਾਸ਼ ਨੂੰ ਥੋੜੀ ਜਿਹੀ ਹੱਥ ਵਿੱਚ ਜਿਹੜੇ ਹੈਗੇ ਮਿਕਸ ਕਰਕੇ ਉਸ ਤੋਂ ਬਾਅਦ ਫਿਰ ਵੀ ਪੱਤੇ ਡੀਲ ਕਰ ਸਕਦੇ ਹੋ ਮਾਈ ਗॉड ਤੁਹਾਡੀ ਮੈਨੂੰ ਸ਼ਫਲ ਤੋਂ ਹੀ ਪਤਾ ਲੱਗ ਰਿਹਾ ਤੁਸੀਂ ਖੇਡੀ ਹੈ ਰਾਈਟ ਬਟ ਯਾ ਜਿੰਨਾ ਵੀ ਤੁਹਾਡਾ ਦਿਲ ਕਰਦਾ ਪਲੀਜ਼ ਤੁਸੀਂ ਉਹਨੇ ਡੀਲ ਕਰੋ ਐਂਡ ਮੇਕ ਸ਼ੋਰ ਮੈਂ ਕਿਸੇ ਹਿਸਾਬ ਨਾਲ ਤੁਹਾਨੂੰ ਇਨਫਲੂਐਂਸ ਨਾ ਕਰਾਂ ਸੋ ਜਿੰਨੇ ਮਰਜ਼ੀ ਰੱਖਣਾ ਥੱਲੇ ਜਿੰਨੇ ਮਰਜ਼ੀ ਸੈਂਟਰ 'ਚ ਵੀ ਰੱਖ ਸਕਦੇ ਓਕੇ whenever you are done ਓਕੇ ਵੀ ਤੁਸੀਂ ਮੈਨੂੰ ਦੱਸਿਓ ਐਂਡ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਰੇ ਕਾਰਡਸ ਡੀਲ ਕਰਨੇ ਆ ਟਰਾਈ ਵੀ ਐਟ ਲੀਸਟ ਅੱਧੀ ਡੈਕ ਤੱਕ ਡੀਲ ਕਰ ਦਿਓ ਜਾਂ ਫਿਰ ਮਤਲਬ ਐਟ ਲੀਸਟ ਮੋਰ ਦੈਨ 20 ਸੋ ਸ਼ਫਲ ਕਰਾਂ ਤੇ ਦੋ ਕਾਰਡਸ ਰੱਖਣਾ ਜਾਂ ਜਿੰਨੇ ਮਰਜ਼ੀ ਜਾਂ ਜਿੰਨੇ ਮਰਜ਼ੀ ਤੁਸੀਂ ਅੱਧੀ ਤਾਂ ਚੱਕ ਕੇ ਵੀ ਉਹਦੇ ਤੇ ਰੱਖ ਸਕਦੇ ਹੋ ਜਿੰਨੇ ਮਰਜ਼ੀ ਤੁਹਾਡਾ ਦਿਲ ਕਰੇ ਓਕੇ ਠੀਕ ਹੈ ਪਰ ਆਪਾਂ ਨੂੰ ਥੱਲੇ ਐਟ ਲੀਸਟ 20 ਇਸ਼ ਕਾਰਡਸ ਚਾਹੀਦੇ ਨੇ ਐਟ ਲੀਸਟ ਓਕੇ ਸੋ ਆਈ ਥਿੰਕ 20 ਹੋਣਗੇ ਹੁਣ 20 ਹੋਣਗੇ ਬਾਕੀ ਜਿਹੜੇ ਕਾਰਡਸ ਨੇ ਉਹਨਾਂ ਨੂੰ ਤੁਸੀਂ ਸਾਈਡ ਤੇ ਰੱਖ ਦਿਓ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਤੁਸੀਂ ਸਾਈਡ ਤੇ ਰੱਖ ਦਿਓ ਹੁਣ ਰਾਈਟ ਨਾਓ ਜਿਹੜੇ ਥੱਲੇ ਕਾਰਡਸ ਨੇ ਤੁਸੀਂ ਇਹ ਮੰਨ ਸਕਦੇ ਹੋ ਵੀ ਇਹ ਕਾਰਡਸ ਆਪਾਂ ਮੋਰ ਦੈਨ 65% ਕਾਰਡ ਆਪਾਂ ਐਲੀਮੀਨੇਟ ਕਰ ਚੁੱਕੇ ਹਾਂ ਯਾ ਸਿੰਪਲ ਜਾਂ 50-50 ਕਹਿ ਸਕਦੇ ਹਾਂ ਰਾਈਟ ਅਪਰੋਕਸੀਮੇਟਲੀ ਯਾ ਆਲਮੋਸਟ ਤੋ ਇਹ ਕਾਰਡਸ ਵਾਸਤੇ ਮੈਂ ਤੁਹਾਨੂੰ ਇਨਫਲੂਐਂਸ ਨਹੀਂ ਕਰ ਸਕਦਾ ਸੀਗਾ ਜੇ ਇਹਨਾਂ ਵਾਸਤੇ ਵੀ ਇਨਫਲੂਐਂਸ ਕਰ ਰਿਹਾ ਦਿਸ ਇਜ਼ ਕ੍ਰੇਜ਼ੀ ਪਰ ਉਹਦੇ ਵਿੱਚੋਂ ਅੱਧੇ ਪੱਤਿਆਂ ਨੂੰ ਚੱਕੋ ਇਹਦੇ ਚ ਅੱਧੇ ਚੱਕਾਂ ਹਾਂਜੀ ਇਹਨੂੰ ਸਾਈਡ ਤੇ ਰੱਖ ਦਿਓ ਤੇ ਜਿਹੜੇ ਬਾਕੀ ਦੇ ਸਾਰੇ ਪੱਤੇ ਆ ਪਲੀਜ਼ ਸਾਰਿਆਂ ਨੂੰ ਚੱਕੋ ਜਿਹੜੇ ਬਾਕੀ ਦੇ ਸਾਰੇ ਬਚੇ ਸਾਰਿਆਂ ਨੂੰ ਚੱਕੋ ਐਂਡ ਉਹਦੇ ਉੱਤੇ ਇੱਕ ਐਂਗਲ ਤੇ ਰੱਖ ਦਿਓ ਇਦਾਂ ਟੇਢੇ ਲਾਈਕ ਦਿਸ ਨਹੀਂ ਉਹਦੇ ਉੱਤੇ ਇੱਕ ਟੇਢੇ ਰਾਈਟ ਓਕੇ ਹੁਣ ਦ ਥਿੰਗ ਇਜ਼ ਕੈਸੀਨੋ ਵਿੱਚ ਕਈ ਵਾਰੀ ਚੀਜ਼ ਯੂਜ਼ ਕਰਦੇ ਆ ਇਟਸ ਜਦੋਂ ਲੋਕ ਗੈਂਬਲ ਕਰਦੇ ਆ ਨਾਟ ਇਨ ਕੈਸੀਨੋ ਜਦੋਂ ਲੋਕ ਗੈਂਬਲ ਕਰਦੇ ਆ ਵੀ ਤੁਸੀਂ ਕਿੰਨੇ ਕਾਰਡਸ ਚੱਕੋਗੇ ਤੁਸੀਂ ਕਿੰਨੇ ਕਾਰਡਸ ਵਿੱਚੋਂ ਦੀ ਰੱਖੋਗੇ ਤੁਸੀਂ ਕੀ ਕਰੋਗੇ ਮੇਰਾ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਰਾਈਟ ਜੇ ਇਹ ਮੇਰੇ ਹੱਥ ਵਿੱਚ ਹੁੰਦੇ ਤੁਸੀਂ ਕਹਿ ਸਕਦੇ ਸੀ ਮੇਬੀ ਮੈਂ ਸਮ ਹਾਊ ਧੱਕੇ ਨਾਲ ਤੁਹਾਨੂੰ ਕੁਝ ਕਰਵਾ ਰਿਹਾ ਹਾਂ ਸਮਥਿੰਗ ਲਾਈਕ ਦੈਟ ਪਰ ਰਾਈਟ ਨਾਓ I have no idea what you're doing right now. ਰਾਈਟ ਸੋ ਤੁਸੀਂ ਇੱਕ ਕਾਰਡ ਖੁਦ ਚੂਜ਼ ਕੀਤਾ ਰਾਈਟ ਨਾਓ ਪਤਾ ਕਿਹੜਾ ਕਾਰਡ ਹੈ ਜਿਹੜੀ ਟੌਪ ਪਾਈਲ ਹੈ ਜੋ ਤੁਸੀਂ ਇਹਨੂੰ ਚੱਕੋਗੇ ਮੈਂ ਨਹੀਂ ਦੇਖੂੰਗਾ Okay, this pile? ਹਾਂ ਟੌਪ ਪਾਈਲ ਨੂੰ ਸਾਰਿਆਂ ਨੂੰ ਚੱਕੋ Okay. ਉਹਦਾ ਬਾਟਮ ਕਾਰਡ ਦੇਖੋ as random as possible ਤੁਸੀਂ ਸਾਰੇ ਕਾਰਡਸ ਵਿੱਚੋਂ ਇੱਕ ਕਾਰਡ ਚੂਜ਼ ਕੀਤਾ ਤੁਹਾਡੇ ਮੈਂ ਕਿੰਨੇ ਤੁਸੀਂ ਪੱਤੇ ਚੱਕੋਗੇ ਮੈਂ ਉਹਨੇ ਵੀ ਕੰਟਰੋਲ ਨਹੀਂ ਕਰ ਸਕਦਾ ਸੀਗਾ ਇਟ ਵਾਸ as random as possible ਲਾਸਟ ਕਾਰਡ ਨੂੰ ਬਾਹਰ ਕੱਢ ਲਓ ਇਟਸ ਓਕੇ ਮੈਂ ਵੀ ਦੇਖ ਲੂੰਗਾ ਤਾਂ ਕੋਈ ਚੱਕਰ ਨਹੀਂ ਤੁਹਾਨੂੰ ਦਿਖਾ ਦਾਂ ਮੈਂ ਵੀ ਦੇਖ ਸਕਦਾ ਕੋਈ ਚੱਕਰ ਨਹੀਂ ਹੁਣ ਪਲੀਜ਼ ਆਪਦੇ ਫਰੰਟ ਤੇ ਕੈਮਰਾ ਨੂੰ ਦਿਖਾਓ ਲੋਕਾਂ ਨੂੰ ਦਿਖਾਓ ਵੀ ਲਾਸਟ ਕਾਰਡ ਕਿਹੜਾ ਜਿਹੜਾ ਤੁਸੀਂ ਚੂਜ਼ ਕੀਤਾ ਹੈ 78 ਦੀ 78 ਦੀ 7 ਆਫ ਡਾਇਮੰਡਸ ਐਂਡ ਕੈਨ ਯੂ ਮੇਕ ਸ਼ੋਰ ਜਿਹੜੇ ਥੱਲੇ ਸਾਰੇ ਪੱਤੇ ਨੇ ਉਹ ਸਾਰੇ ਡਿਫਰੈਂਟ ਨੇ ਐਂਡ ਤਾਸ਼ ਦੇ ਵਿੱਚ ਕੁਝ ਸੀਗਾ ਨਹੀਂ ਬਿਕਾਜ਼ ਤੁਸੀਂ ਖੁਦ ਨੂੰ ਹੱਥ ਦੇ ਹੱਥਾਂ ਨਾਲ ਟੱਚ ਕੀਤਾ ਤੁਸੀਂ ਇੱਕ ਵਾਰੀ ਪਲੀਜ਼ ਇਹਨੂੰ ਚੱਕੋ ਉਹਨੂੰ ਪੁੱਠਾ ਕਰੋ ਤੇ ਉਹਨੂੰ ਦੇਖੋ ਉਹਦੇ ਵਿੱਚ ਹਾਂਜੀ ਓਕੇ ਇਹਦੇ ਵਿੱਚ ਕੁਝ ਵੀ ਹੈ ਨਹੀਂ ਸੀਗਾ ਯਾ ਸਾਰੇ ਰੈਂਡਮ ਸਾਰੇ ਰੈਂਡਮ ਨੇ ਇਟਸ ਓਕੇ ਡੋਨਟ ਵਰੀ ਡੋਨਟ ਬਾਦਰ ਟੂ ਪਿਕ them up I'll do it later so it's simple ਓਕੇ ਤੁਸੀਂ ਇੱਕ 7 ਆਫ ਡਾਇਮੰਡਸ ਨੂੰ ਚੂਜ਼ ਕੀਤਾ ਮੈਮ ਵਾਟ ਇਫ ਆਈ ਟੈਲ ਯੂ ਇੱਕ ਹੋਰ ਪ੍ਰੈਡਿਕਸ਼ਨ ਸੀਗੀ ਤੇ ਤੁਹਾਡੇ ਜਿਹੜੇ ਆ ਸਾਰੇ ਮੂਵਸ ਸੀਗੇ
ਮੈਂ ਇਹਨੂੰ ਹੁਣ ਤੋਂ 2 ਘੰਟੇ ਪਹਿਲਾਂ ਹੀ ਪ੍ਰੈਡਿਕਟ ਕਰਤਾ ਸੀਗਾ ਵੀ ਤੁਸੀਂ ਕਿੰਨੇ ਪੱਤੇ ਥੱਲੇ ਰੱਖੋਗੇ, ਕਿੰਨੇ ਸਿੱਟੂਗੀ ਇਹ ਵੀ, ਕਿੰਨੇ ਸਿੱਟੋਗੇ ਐਟ ਲੀਸਟ, ਤੁਸੀਂ ਕਿੰਨੇ ਸਾਈਡ ਤੇ ਰੱਖੋਗੇ ਤੇ ਐਗਜ਼ੈਕਟਲੀ ਤੁਸੀਂ ਫਾਈਨਲ ਆਹ ਕਾਰਡ ਚੂਜ਼ ਕਰੋਗੇ। ਓਕੇ, ਦੈਟ ਵਿਲ ਬੀ ਕ੍ਰੇਜ਼ੀ ਹੈ ਨਾ। ਮੈਮ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਮੈਂ ਆਪਦਾ ਹੇਅਰ ਕੱਟ ਕਰਾਉਣ ਗਿਆ ਸੀ। ਓਕੇ, ਰਾਈਟ ਨਾਓ ਜਿਹੜਾ ਮੇਰਾ ਹੇਅਰ ਕੱਟ ਹੈਗਾ ਇੱਥੇ, ਮੈਂ ਪ੍ਰੋਪਰ ਸਾਈਡਸ ਵਗੈਰਾ ਕਰਾਈਆਂ ਨਹੀਂ, ਪਰ ਮੇਰੇ ਪਤਾ ਨਹੀਂ ਕੀ ਦਿਮਾਗ 'ਚ ਆਇਆ। ਜਿਵੇਂ ਯਾਦ ਹੈ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੇਰੇ ਸਾਹਮਣੇ ਇੱਕ ਪੇਪਰ ਸੀਗਾ ਤੇ ਮੈਂ ਪੇਪਰ ਦੇ ਉੱਤੇ ਕੁਛ ਨਾ ਕੁਛ ਲਿਖਿਆ। ਤੁਸੀਂ ਕੈਮਰਾ ਵਾਲਾ ਇੱਕ ਵਾਰੀ ਕਾਰਡ ਕਰੋ, ਦਿਸ ਵਾਸ ਦ ਕਾਰਡ ਵਿਚ ਯੂ ਰੈਂਡਮਲੀ ਚੂਜ਼ਡ, ਡੈਕ ਵਾਸ ਇਨ ਯੋਰ ਹੈਂਡ, ਮੈਂ ਕੁਛ ਵੀ ਨਹੀਂ ਕੀਤਾ। ਮੈਂ ਇਸ ਤੋਂ ਪਹਿਲਾਂ ਹੇਅਰ ਕੱਟ ਕਰਾਉਣ ਗਿਆ, ਮੇਰੇ ਪਤਾ ਨਹੀਂ ਕੀ ਦਿਮਾਗ 'ਚ ਆਇਆ, ਮੈਂ ਉਹਨੂੰ ਕੁਛ ਕਿਹਾ ਇੱਕ ਅਜੀਬ ਜਿਹਾ ਹੇਅਰ ਕੱਟ ਕਰਨ ਨੂੰ। ਰਾਈਟ ਨਾਓ ਜੇ ਤੁਸੀਂ ਦੇਖੋਗੇ ਜਿਹੜਾ ਮੇਰਾ ਹੇਅਰ ਕੱਟ ਹੈਗਾ, ਓ ਮਾਈ ਗॉड, ਮੇਰੇ ਹੇਅਰ ਕੱਟ ਦੇ ਵਿੱਚ, ਓ ਮਾਈ ਗॉड, ਜ਼ੂਮ I already predicted every single thing. How did you do that, Anmol? That's crazy. Thank you, man. Thank you, man. Seriously, koi ho rahe the hai nahi, but I have to do this. That's awesome. Thank you, man. Thank you, man. Oh, that was really awesome. It's okay. Cards ਨੂੰ ਤੁਸੀਂ ਉੱਥੇ ਰੱਖ ਲਓ, doesn't matter. And ਤੁਸੀਂ ਹੁਣ questions ਪੁੱਛੋ। Anmol, right now I'm totally blank. I am glad my job is done. Seriously, like, is this part of mind reading or is this part of magic trick? This is influencing, ma'am. I just influenced you to do certain things. So ਤੁਸੀਂ ਮੈਨੂੰ kind of hypnotize ਕੀਤਾ ਸੀਗਾ right now? Hypnotizing is something different. ਮਤਲਬ ਉਹ ਸਮੋਹਨ, that is something different. This is something different. ਮਤਲਬ I'm not going to reveal it for sure, but yeah, this was influencing you ਤਾਂ ਕਿ ਤੁਸੀਂ ਉਹੀ ਕਾਰਡਸ ਨੂੰ ਥੱਲੇ ਰੱਖੋ, ਤਾਂ ਕਿ ਤੁਸੀਂ ਉੱਥੇ ਹੀ ਕੱਟ ਕਰੋ ਤੇ ਤੁਸੀਂ ਉਹੀ ਕਾਰਡ ਚੂਜ਼ ਕਰੋ। Oh, that's amazing. Like, I wasn't even looking at you ਜਦੋਂ ਤੁਸੀਂ ਮੈਨੂੰ ਪਤਾ ਨਹੀਂ ਕਿਵੇਂ ਇਨਫਲੂਐਂਸ ਕਰ ਰਹੇ ਸੀ। Okay, so it means ਜਾਦੂ ਸਹੀ ਹੁੰਦਾ ਬਈ। So you are awesome. You're doing Thank you, an ma'am. awesome job. Thank you, ma'am. Thank So ਤੁਹਾਡੀ ਜੇ ਕੋਈ ਤੁਹਾਨੂੰ ਫੋਲੋ ਕਰਨਾ ਚਾਹੁੰਦਾ, ਤੁਹਾਡੇ ਹੋਰ ਮੈਜਿਕ ਟ੍ਰਿਕਸ ਦੇਖਣਾ ਚਾਹੁੰਦਾ, ਬਿਕੋਜ਼ ਆਪਣੇ ਕੋਲ ਟਾਈਮ ਅਨਫੋਰਚੂਨੇਟਲੀ ਘੱਟ ਰਿਹਾ, so we'll have to end this unfortunately. it's okay. And ਤੁਸੀਂ ਆਪਣੇ ਸੋਸ਼ਲ ਮੀਡੀਆ ਹੈਂਡਲਸ ਜ਼ਰੂਰ ਸ਼ੇਅਰ ਕਰੋ ਸਾਡੇ ਨਾਲ। ਸੋ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਮੇਰੀ ਆਈਡੀ ਹੈਗੀ, ਮੇਰਾ ਨਾਮ ਅਨਮੋਲ ਦੈਨ ਡਾਟ ਮੈਜਿਕ, ANMOL.MAGIC, ਅਨਮੋਲ.magic। ਐਂਡ ਉੱਥੇ ਮੈਂ ਰੈਗੂਲਰ ਇੱਦਾਂ ਦੇ ਕੁਛ ਵੀ ਮੈਜਿਕ ਵਗੈਰਾ ਇੱਦਾਂ ਪੋਸਟ ਕਰਦਾ ਹੀ ਰਹਿਣਾ, ਈਵਨ ਵਿਦ ਯੂਰ ਫੇਮਸ ਸੈਲੈਬ੍ਰਿਟੀਜ਼ ਜਿਨ੍ਹਾਂ ਨੂੰ ਵੀ ਤੁਸੀਂ ਲਾਈਕ ਕਰਦੇ ਹੋ, ਉਹਨਾਂ ਦੇ ਨਾਲ ਵੀ ਬਹੁਤ ਸਾਰੇ ਵੀਡੀਓਜ਼ ਹੋਣਗੇ ਜਿਨ੍ਹਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ। ਆਈ ਵਿਲ ਸੀ ਯੂ ਗਾਇਜ਼ ਦੇ। ਸੋ ਅਨਮੋਲ ਦੇ ਫੇਵਰਿਟ ਜਿਹੜੇ ਸਿੰਗਰ ਨੇ ਅੱਜ ਕੱਲ੍ਹ ਕਹਿੰਦੇ ਨਸੀਬ ਨੇ, ਸੋ ਨਸੀਬ ਦੇ ਨਾਲ ਵੀ ਤੁਸੀਂ ਜ਼ਰੂਰ ਮੈਜਿਕ ਟ੍ਰਿਕ ਕਰਿਓ। ਐਂਡ ਤੁਸੀਂ ਪਰਫਾਰਮੈਂਸ ਵਗੈਰਾ ਵੀ ਕਰਦੇ ਹੋ, ਆਈ ਥਿੰਕ ਫੰਕਸ਼ਨਸ ਵਗੈਰਾ ਤੇ ਵੀ। ਐਬਸੋਲੂਟਲੀ ਮੈਮ, ਮੈਂ ਸ਼ੋਜ਼ ਵੀ ਰਾਈਟ ਨਾਓ ਕਰ ਰਿਹਾ, ਬਟ ਫॉर ਅਨਫੋਰਚੂਨੇਟਲੀ ਬਿਕਾਜ਼ ਆਫ ਦ ਰੈਸਟ੍ਰਿਕਸ਼ਨਸ ਅਜੇ ਸ਼ੋਜ਼ ਲਿਮਿਟਡ ਨੇ। ਬਟ ਹਾਂ, ਜਦੋਂ ਐਸ ਸੂਨ ਐਜ਼ ਰੈਸਟ੍ਰਿਕਸ਼ਨਸ ਖੁੱਲ ਜਾਂਦੀਆਂ, ਮੇਰੇ ਮੈਨੇਜਰ ਦਾ ਰਾਈਟ ਨਾਓ ਨੰਬਰ ਹੈਗਾ 2505522854। ਆਈ ਵਿਲ ਰਿਪੀਟ ਇਟ ਅਗੇਨ, 2505522854। ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਉਹਨਾਂ ਤੋਂ ਤੁਸੀਂ ਕਨਫਰਮ ਕਰ ਸਕਦੇ ਹੋ ਅਬਾਊਟ ਦ ਡੇਟਸ ਵਟ ਐਵਰ ਯੂ ਵਾਂਟ। ਤੇ ਆਈ ਵਿਲ ਐਕਚੁਅਲੀ ਤੁਸੀਂ ਬੁੱਕ ਕਰ ਸਕਦੇ ਹੋ ਫॉर योर ਹੋਮ ਪਾਰਟੀਜ਼, ਫॉर योर ਇੰਗੇਜਮੈਂਟਸ ਐਂਡ ਐਵਰੀਥਿੰਗ, ਵਟ ਐਵਰ ਯੂ ਲਾਈਕ। ਐਂਡ ਆਈ ਵੁੱਡ ਲਵ ਟੂ ਪਰਫਾਰਮ। ਐਂਡ ਜਿੱਦਾਂ ਮੈਂ ਅੱਜ ਰੈਡ ਐਫ ਐਮ ਵਾਸਤੇ ਸਪੈਸੀਫਿਕਲੀ ਟ੍ਰਿਕਸ ਕ੍ਰੀਏਟ ਕੀਤੀਆਂ, ਹਰਮਨ ਜੀ ਵਾਸਤੇ ਮੈਂ ਸਪੈਸੀਫਿਕਲੀ ਟ੍ਰਿਕਸ ਕ੍ਰੀਏਟ ਕੀਤੀਆਂ, ਮੈਂ ਉੱਦਾਂ ਹੀ ਤੁਹਾਡੇ ਲਈ ਵੀ, ਤੁਹਾਡੇ ਇੰਗੇਜਮੈਂਟ ਲਈ ਜਾਂ ਉੱਦਾਂ ਦੀ ਕਿਸੇ ਵੀ ਚੀਜ਼ ਵਾਸਤੇ ਟ੍ਰਿਕਸ ਕ੍ਰੀਏਟ ਕਰ ਸਕਦਾ ਟੂ ਮੇਕ ਯੋਰ ਡੇ ਸਪੈਸ਼ਲ। ਪਰਸਨਲਾਈਜ਼ ਕਰ ਸਕਦੇ ਹੋ। Oh my God, like this, that was awesome. Your haircut, you look awesome. Thank you so much for coming here, Anmol. I mean, my barber was actually... ਉਹਨਾਂ ਨੇ ਪੁੱਛਿਆ ਨਹੀਂ ਕਿ what are you really doing? Actually, it's ਸਿਮੂ ਦਾ ਬਾਰਬਰ, ਮੈਂ ਉਹਨਾਂ ਤੋਂ ਉਹਦਾ ਹੇਅਰ ਕੱਟ ਕਰਵਾਉਣਾ। ਐਂਡ ਉਹਨਾਂ ਨੂੰ ਮੈਂ ਕਿਹਾ, ਸਿਮੂ ਵੀਰੇ ਨੂੰ ਮੈਂ ਕਿਹਾ ਵੀ ਸਿਮੂ ਵੀਰੇ ਆਪਾਂ ਇੱਕ ਹੇਅਰ ਕੱਟ ਕਰਨਾ। ਹੀ ਵਾਸ ਲਾਈਕ ਓਕੇ। ਮੈਂ ਕਿਹਾ ਵੀ ਤੁਸੀਂ ਐਂ ਚੱਕੋ ਤੇ ਆਹ ਪਤਾ ਦੇਖ ਰਿਹਾ? ਕਹਿੰਦੇ ਹਾਂ। ਮੈਂ ਕਿਹਾ ਇਹ ਬਣਾ ਦਿਓ ਮੇਰੇ ਪਿੱਛੇ। ਕਹਿੰਦੇ ਕੀ ਠੀਕ ਆ? ਕਿਉਂ? ਮੈਂ ਕਿਹਾ ਵੀ ਨਹੀਂ ਆ, ਮਤਲਬ ਵੀ ਮੇਰਾ ਇੱਦਾਂ ਇੱਦਾਂ ਕਰਕੇ ਇੰਟਰਵਿਊ ਹੈ ਐਂਡ ਆਈ ਹੈਵ ਟੂ ਡੂ ਸਮਥਿੰਗ। ਬਟ ਹੀ ਇਜ਼ ਆਲਵੇਜ਼ ਲਾਈਕ, ਬਿਕਾਜ਼ ਵੀ ਆਰ ਹੇਅਰ ਕੱਟਸ ਦੇ ਮਾਮਲੇ 'ਚ ਆਹ ਵਗੈਰਾ ਥੋੜਾ ਮੈਨੀਅਕ ਬੰਦਾ ਹੈ ਅਨਮੋਲ। ਬਟ ਯਾ, ਅਨਮੋਲ ਜਿਹੜਾ ਤੁਹਾਡਾ ਨਾਮ ਆ ਨਾ,
You are actually ਅਨਮੋਲ Thank you, ma'am. You're precious. Thank So you, ma'am. ਇਹ ਸੀ ਜੀ ਅਨਮੋਲਦੀਪ ਸਿੰਘ ਜਿਨ੍ਹਾਂ ਨੇ ਆਪਣੇ ਮੈਜਿਕ ਟ੍ਰਿਕਸ ਦਿਖਾਏ. ਥੈਂਕ ਯੂ ਸੋ ਮਚ ਫॉर ਕਮਿੰਗ. ਤੇ Thank you, ma'am. ਪ੍ਰੋਗਰਾਮ ਦਾ ਨਾਮ ਆ ਬੱਲੇ ਬੱਲੇ ਸ਼ਾਵਾ ਸ਼ਾਵਾ, ਜਿਹੜਾ ਹਲੇ ਥੋੜੀ ਦੇਰ ਹੋਰ ਇਸੇ ਤਰ੍ਹਾਂ ਚੱਲਦਾ ਰਹੂਗਾ. ਇਸੇ ਤਰ੍ਹਾਂ ਸੁਣਦੇ ਰਹੋ ਰੈਡ FM. ਤੇ ਇਹ ਤੁਹਾਨੂੰ ਯਾਦ ਕਰਾ ਦਿਆਂ ਕਿ ਜਿਹੜੀ ਵੀ ਇੰਟਰਵਿਊ ਸੀ, ਜਿਹੜੀ ਪਰਫਾਰਮੈਂਸ ਸੀ, ਇਹ ਰੈਡ FM ਫੇਸਬੁੱਕ ਪੇਜ ਤੇ ਲਾਈਵ ਬ੍ਰੌਡਕਾਸਟ ਹੋ ਰਹੀ ਸੀ. ਜੇ ਤੁਸੀਂ ਮਿਸ ਕਰ ਗਏ ਹੋ ਤੁਸੀਂ ਦੁਬਾਰਾ ਜਾ ਕੇ ਦੇਖ ਸਕਦੇ ਹੋ. For more entertainment, download the Red FM app from the Google Play Store and Apple App Store now. Just one click. So much.